गोपीदास का लिखिया जब छोटे साहिबजादे अच्छा नीहां दे विच खिलारे आ बड़ा छोटा फतेह सिंह बड़ा जोरावर छोटे भाई ने वो कहना की कहना
ਦੀ ਮਰਨਾ ਕੰਮਣਾ ਜਗਾ ਕੇ ਵਿੱਚ ਜਾਣਿਆ ਸੁਬੇ ਨੂੰ ਨਿੰਦ ਕੱਢ ਲੈਣਗੇ ਦੋਨੇ ਨਾ ਫਤੇ ਸਿੰਘ ਨਿਆਣਿਆ ਬਈ ਨੂੰ ਨਿੰਦ ਕੱਢ ਲੈਣਗੇ ਦੋਨੇ ਨਾ ਫਤੇ ਸਿੰਘ ਨਿਆਣਿਆ ਸੁਬੇ ਨੂੰ ਨਿੰਦ ਕੱਢ ਲੈਣਗੇ ਗੋਪੀ ਦਾਸ ਦਾ ਲਿਖਿਆ ਹੋਇਆ ਹੈ ਬਹੁਤ ਸਾਰੇ ਚੀਜ਼ਾਂ ਇਹਦੇ ਕਿੰਨੇ ਵੀ ਯਾਦ ਕਿ ਸਾਡਾ ਗੋਪੀਨਾਥ ਦੇ ਕਿੰਨੇ ਯਾਦ ਨੇ ਇਹਦੇ ਬਹੁਤ ਛੰਦ ਰੰਗ ਬਹੁਤ ਸੀਗੇ ਸਾਹਿਬਜ਼ਾਦਿਆਂ ਵਾਲੇ ਚ ਅੱਛਾ ਮੈਂ ਤਾਂ ਫਿਰ ਇੱਕ ਅੱਧੀ ਮਤਬੰਦੀ ਚੀਜ਼ ਯਾਦ ਕਰਿਆ ਕਰਦਾ ਇੱਕ ਸਾਡਾ ਹੋਰ ਸ਼ਾਇਰ ਹੁੰਦਾ ਤਾਂ ਉਹਨੂੰ ਮੇਰੇ ਦੇਰ ਹੋ ਗਈ ਗਿਆਨ ਅੱਛਾ ਗਿਆਨ ਦੀ ਸਿੱਖਤਾ ਇੱਕ ਅੱਧੀ ਨੈਣਾ ਦੇਵੀ ਦੀ ਉਹ ਅਸੀਂ ਹਾਲੇ ਤੱਕ ਗਾਉਂਦੇ ਹਾਂ ਕਈ ਚੀਜ਼ਾਂ ਐਸੀਆਂ ਕਿ ਇੱਕ ਜਾਤੀ ਲਿਖੀ ਵੀ ਉਹਨੇ ਜਾਦੀ ਮੁਕਤ ਦਾ ਆਪਣਾ ਦੇਸ਼ ਆਜ਼ਾਦ ਹੋ ਅੱਛਾ ਆਜ਼ਾਦੀ ਹਾਂ ਹਾਂ ਉਹ ਵੀ ਲਿਖੀ ਉਹਨੇ ਉਹ ਲਿਖੀ ਕਿ ਉਹਨੇ ਮਿਲ ਗਈ ਦੇਸ਼ ਨੂੰ ਆਜ਼ਾਦੀ ਮਰ ਕੇ ਜੋਧੇ ਨੇ ਮਰ ਕੇ ਫਾਂਸੀ ਦੀ ਲੜਕੀ ਜਾਂਦੀ ਰਾਜਗੁਰੂ ਸਾਹਿਬ ਦਾ ਭਗਤ ਸਿੰਘ ਨੇ ਉਹ ਲਿਖਦਾ ਕਿ ਉਹਨੇ ਲਿਖਿਆ ਤਾਂ ਮਿਲ ਗਈ ਦੇਸ਼ ਨੂੰ ਆਜ਼ਾਦੀ ਮਰ ਕੇ ਕੰਮ ਆ ਗਈ ਔਰਤਾਂ ਦੀ ਇੰਦਰਾ ਦੇ ਕੰਮ ਆ ਗਈ ਔਰਤਾਂ ਦੀ ਜਾਤੀ ਲੈਣੇ ਵਾਲੇ ਤਾਂ ਮਰ ਗਏ ਆਪਣਾ ਖੂਨ ਬਹਾ ਗਏ ਉਹਨਾਂ ਨੇ ਜਾਤੀ ਲਈ ਹੈ ਕਹਿੰਦਾ ਉਹ ਲਿਖਿਆ ਕੰਮ ਆ ਗਈ ਔਰਤਾਂ ਦੀ ਉਹ ਲਿਖਦਾ ਬਾਹਰੋਂ ਆਉਂਦਾ ਭਾਂਤੂ ਕੰਮਕਾਰ ਕਰਕੇ ਝੱਟ ਬਹਿ ਗਈ ਮੂਹਰੇ ਹਾਰ ਕੇ ਸ਼ਿੰਗਾਰ ਕਰਕੇ ਉਹ ਮੇਰਾ ਮਨ ਮੂਰਖਾ ਕਹਿਣਾ ਸੂਟ ਮਨ ਮਰਜ਼ੀ ਦਾ ਲੈਣਾ ਨਹੀਂ ਮੈਂ ਉੱਠ ਕੇ ਰਸਤੇ ਪੈਣਾ ਫਿਰ ਤੂੰ ਰੋਏਂਗਾ ਮੱਥੇ ਤੇ ਹੱਥ ਧਰ ਕੇ ਕੰਮ ਆ ਗਈ ਔਰਤਾਂ ਦੀ ਮਿਲ ਗਈ ਦੇਸ਼ ਲੱਗੀ ਮਰ ਉਹ ਫਿਰ ਜਵਾਬ ਦਿੰਦਾ ਭਲਾ ਦੱਸੀ ਤੈਨੂੰ ਕਿਹੜੀ ਗੱਲੋਂ ਮੈਂ ਹਟਾਇਆ ਨਹੀਂ ਜਿੰਨਾ ਨਰਮੇ ਵਾਲਾ ਪੈਸਾ ਤੇਰੇ ਹੱਥ ਫੜਾਇਆ ਨਹੀਂ ਲੈ ਸੂਟ ਜੋ ਲੈਣਾ ਕਾਹਨੂੰ ਨੱਕ ਚੜਾਇਆ ਨਹੀਂ ਇੰਨੀ ਕਾ ਖੁਸ਼ੀ ਵਿੱਚ ਆਵੇ ਸੁਰਖੀ ਕੋਟ ਮਹਿੰਗੀ ਜਾਵੇ ਅੱਖੀ ਡੋਰਾ ਖਿੱਚ ਕੇ ਪਾਵੇ ਝੱਟ ਬਹਿ ਗਈ ਜਲੇਬੀ ਜੂੜਾ ਕਰਕੇ ਕੰਮ ਆ ਗਈ ਔਰਤਾਂ ਦੇ ਮਿਲਦੀ ਪੰਜਾਬੀ ਮਨ ਇਹ ਕਿਹਦਾ ਲਿਖਿਆ ਜੀ ਜਾਲੇ ਸ਼ਹਿਰ ਦਿਆਲੇ ਦਾ ਇਹ ਦਿਆਲਾ ਕਿੱਥੋਂ ਦਾ ਸੀ ਇਹ ਖਮਾਣੋਂ ਦੇ ਲਾਗ ਇੱਧਰਲੇ ਪਾਸੇ ਪਿੰਡ ਸੀ ਉਹਦਾ ਮਨੈਲਾ ਖਮਾਣੋਂ ਆਪਣਾ ਲੁਧਿਆਣੇ ਰੋਡ ਤੇ ਹਾਂ ਉੱਚੇ ਪਿੰਡ ਵਾਲੀ ਸਾਈਡ ਲੁਧਿਆਣੇ ਰੋਡ ਦੇ ਉੱਤੇ ਹੀ ਹੈ ਖਮਾਣੋਂ ਅੱਛਾ ਉੱਚੇ ਪਿੰਡ ਪਰਲੇ ਪਾਸੇ ਖਮਾਣੋਂ ਦੇ ਨਾਲ ਇੱਧਰਲੇ ਪਾਸੇ ਪਿੰਡ ਸੀ ਉਹਦਾ ਮਨੈਲਾ ਉੱਥੇ ਦਾ ਸੀ ਗੌਲਮ ਤਾਂ ਅਸੀਂ ਇਕੱਠੇ ਜਾਂਦੇ ਆਉਂਦੇ ਰਹੇ ਸਾਡੀ ਕਦੋਂ ਦਾ ਪੂਰਾ ਹੋਇਆ ਹੈ ਜੀ ਕਿਹਦਾ ਹੋਇਆ ਉਹਨੂੰ ਮਰੇ ਨੂੰ ਕੋਈ 15 ਸਾਲ ਹੋ ਗਏ ਬਹੁਤ ਸਾਰੀਆਂ ਲਿਖਤਾਂ ਸੀ ਉਹਦੇ ਪਾਸ ਫਿਰ ਉਹ ਲਿਖਦਾ ਕਿ ਪਹਿਲਾਂ ਸੀਸਾ ਧਰ ਕੇ ਮੁਰੇ ਸਿੱਧੇ ਬਾਲ ਬਣਾਉਂਦੀ ਹੈ ਮੇਰਾ ਚੀਜ਼ ਕਲਿੱਪ ਲਗਾ ਕੇ ਕਦੇ ਕਾਟੇ ਪਾਉਂਦੀ ਹੈ ਪਹਿਲੇ ਫੁੱਲ ਫੁੱਲ ਪ੍ਰਕਾਰ ਦਾ ਸਾੜੀ ਲਾਉਂਦੀ ਹੈ ਸਾਰੇ ਹਾਰ ਸ਼ਿੰਗਾਰ ਲਗਾ ਕੇ ਉਹ ਘੜੇ ਲਗਾਉਂਦੀ ਹੈ ਕੀ ਬਾਤ ਸਾਰੇ ਹਾਰ ਸ਼ਿੰਗਾਰ ਲਗਾ ਕੇ ਰਿਕਸ਼ਾ ਲੈ ਕੇ ਬਾਜ਼ਾਰ ਨੂੰ ਜਾਵੇ ਉੱਤੇ ਪੰਛੀ ਉੱਤਰ ਖਾਵੇ ਭਾਵੇਂ ਦੇਖਦੇ ਵੀ ਪਾਵੇ ਜਿਵੇਂ ਬਿੱਲੀ ਦਾ ਕਬੂਤਰ ਬਹਿਣਾ ਕਰਕੇ ਕੰਮ ਆ ਗਈ ਔਰਤਾਂ ਦੀ ਮਿਲ ਗਈ ਤੇਰੇ ਦੋ ਕੁਛ ਕਰਨਾ ਮੇਰੇ ਪਿੱਛੇ ਆਪ ਨਹੀਂ ਰਹੀ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਦੋ ਬੰਦਿਆਂ ਦੇ ਗਾਉਣ ਵਾਲੀਆਂ ਜਿਹੜੇ ਖਾੜੇ ਤੋਂ ਜਦ ਮੈਂ ਕੱਲਾ ਰਹਿ ਗਿਆ ਨਾ ਸਾਥੀ ਨਾਲ ਨਹੀਂ ਰਹੇ ਕੁਛ ਗੱਲਾਂ ਮੈਂ ਜਿਹੜੇ ਦਰਾਈਆਂ ਤੋਂ ਯਾਦ ਰਹਿੰਦੀਆਂ ਵਿੱਚ ਵੀ ਕਈ ਗੱਲਾਂ ਦਾ ਟਾਪਾ ਲੱਗਿਆ ਦਿਮਾਗ ਤੇ ਹੋ ਜਾਂਦੀ ਉੱਧਰ ਬੜਾ ਯਾਦ ਆ
ਬੱਚੇ ਵੀ ਬੈਠ ਜਾਣ ਸੁਣਨ, ਜੀ ਜੀ ਉਹ ਵੀ ਕਹਿੰਦੇ ਯਾਰ ਹੋਰ ਸੁਣਨੇ ਹਾਂਜੀ ਹਾਂਜੀ ਵੀ ਗੁਰੂ ਹੋਰ ਸੁਣਾ ਸਾਨੂੰ। ਬਿਲਕੁਲ ਬਿਲਕੁਲ ਅੱਗੇ ਕਿਆ ਹੋਇਆ ਫਿਰ, ਹਾਂਜੀ ਕਿਉਂਕਿ ਗੱਲ ਕਰਨ ਦਾ ਤਜਰਬਾ ਹਾਂਜੀ ਛੇਤੀ ਨਹੀਂ ਆਉਂਦਾ। ਜੀ ਜੀ ਜਦੋਂ ਅਸੀਂ ਸਿੱਖੇ ਜੇ ਸਾਨੂੰ ਜਦੇ ਆ ਜਾਂਦਾ। ਹਾਂ ਜੀ ਅੱਜ ਤੁਸੀਂ ਬਹੁਤ ਵੱਡੇ ਕਲਾਮ ਚ ਬਣ ਜਾਂਦੇ ਸਹੀ ਗੱਲ ਹੈ। ਨਹੀਂ, ਜੋ ਜੋ ਬੰਦਾ ਰਗੜੇ ਖਾਂਦਾ ਜੀ ਉਹਨੂੰ ਅੱਗੇ 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 ਫਿਰ ਉਹਨੂੰ ਮਾਪਾ ਜੀ ਜਿੱਦਾਂ ਪਹਿਲੀ ਤੋਂ ਲੈ ਕੇ ਫਿਰ BA ਤੱਕ ਜਾਂਦਾ ਹੈ, ਹਾਂਜੀ। ਹੌਲੀ 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 ਹਾਂਜੀ ਇਸ ਤਰ੍ਹਾਂ ਫਿਰ ਬੰਦੇ ਨੂੰ ਦਿਮਾਗ 'ਚ ਪੜ੍ਹਾਈ ਮੰਗੋ, ਇਹ ਵੀ ਪੜ੍ਹਾਈ ਹੈ। ਹਾਂਜੀ ਬਿਲਕੁਲ ਇਹਨਾਂ ਕਿੱਸਿਆਂ ਦੇ ਵਿੱਚ ਅਸਲੀਤਾਂ ਉਹਨਾਂ ਨੇ ਸ਼ੁਰੂ ਤੋਂ ਲਿਖੀਆਂ। ਅੱਛਾ ਜੀ ਇਹ ਸਭ ਤੋਂ ਫੋਕ ਸਾਜ ਪੁਰਾਣਾ ਟੂੰਬਾ ਲਗੋਜਾ ਅੱਛਾ ਤੂੰ ਬਾਬਾ ਘਰ ਦਾ ਸਰੰਗਾ। ਜੀ ਜੀ ਤੇ ਤੁਸੀਂ ਸਾਰੇ ਵਜਾ ਲੈਂਦੇ ਹੋ ਤੂੰ ਜਿੰਨੇ ਵੀ ਹਾਂ, ਮੈਂ ਤਾਂ ਲਗੋਜੇ ਵੀ, ਅੱਛਾ ਜੀ ਘਰ ਦੀ ਵੀ, ਟੂੰਬਾ ਵੀ, ਜੀ ਇਹ ਸਾਰੀਆਂ ਚੀਜ਼ਾਂ ਆਪ ਅੱਛਾ। ਬਜਾਈਆਂ। ਅੱਛਾ ਜੀ ਹੁਣ ਮੇਰੇ ਕੋਲ ਬੰਦੇ ਸਿੱਖ ਕੇ ਹਾਂਜੀ ਅੱਗੇ ਬਹੁਤ ਬੰਦਿਆਂ ਨੂੰ ਲਗੋਜੇ ਸਿਖਾਏ। ਹਾਂਜੀ ਅਗਲਾ ਨਹੀਂ ਸਿੱਖਿਆ ਉਹਦਾ ਦਿਮਾਗ ਹੈ, ਹਾਂ ਬਿਲਕੁਲ ਸਾਡਾ ਦੱਸਣਾ ਫਰਕ ਹੈ। ਬਿਲਕੁਲ ਟੂੰਬੀ ਦੱਸੀ ਕਈਆਂ ਨੂੰ, ਹਾਂਜੀ ਪਰ ਨਹੀਂ ਜਿਹੜੀ ਬਾਤ ਫਕਰ ਨਹੀਂ ਆਉਂਦੀ ਉਹ ਫਕਰ ਨਾ ਸਕੇ। ਅੱਜ ਸਮਾਂ ਹੀ ਐਸਾ, ਹਾਂਜੀ ਲੋਕ ਕਹਿੰਦੇ ਵੀ ਆਮਦਨੀ ਇਸ ਵਿੱਚ ਅਸੀਂ ਕਿਆ ਕਰਨਾ ਹੈ ਕਿ, ਹਾਂਜੀ ਪਰ ਇੱਕ ਲੜੀ ਜਿਸ ਬੈਠ ਕੇ ਸੁਣੇ ਹਾਂਜੀ ਫਿਰ ਬੰਦੇ ਨੂੰ ਮੱਤ ਆਉਂਦੀ ਹੈ। ਹਾਂਜੀ ਇਸ ਕਰਕੇ ਕਿਸੇ ਭਗਤ ਦੀ ਆਪਾਂ ਗੱਲ ਸੁਣੀਏ, ਹਾਂਜੀ ਮਨ ਨੂੰ ਸ਼ਾਂਤੀ ਆਉਂਦੀ। ਐਦਾਂ ਫਿਰ ਆਪਣੇ ਮਨ ਨੂੰ ਵੀ ਐਦਾਂ ਹੁੰਦਾ ਵੀ ਆਪਾਂ ਭਗਤੀ ਕਰਨੀ ਅੱਛੀ, ਬਿਲਕੁਲ ਵੀ ਭਗਤੀ ਕੀਤੀ ਉਹਨਾਂ ਨੇ, ਹਾਂਜੀ ਕਿੱਡਾ ਬੜਾ ਰੁਤਬਾ ਪਾਇਆ, ਜੀ। ਇਹ ਕੀਤਾ ਉਹ ਕੀਤਾ ਹਾਂਜੀ ਭਗਤੀ ਦੇ ਜ਼ਰੀਏ। ਹਾਂਜੀ ਫਿਰ ਉਧਰ ਨੂੰ ਮਨ ਲੱਗਦਾ। ਜੇ ਬਿਲਕੁਲ ਆਪਾਂ ਸੂਰਮੇ ਦੀ ਗੱਲ ਸੁਣੀਏ, ਹਾਂ ਹਾਂ ਬਈ ਸੂਰਮੇ ਨੇ ਇੱਦਾਂ ਕੀਤਾ, ਹਾਂਜੀ ਉਹਨੇ ਘੋੜੇ ਦਾ ਸਵਾਰ ਹੋ ਕੇ ਹਾਂਜੀ ਤੀਰ ਖਿੱਚ ਕੇ ਮਾਰਿਆ, ਐ ਮਾਰੀਆਂ ਫੌਜਾਂ ਐ। ਹਾਂਜੀ ਉਧਰ ਨੂੰ ਵੀ ਬਹਾਦਰੀ ਇਨਸਾਨ ਵਿੱਚ ਪੈਦਾ ਹੁੰਦੀ ਹੈ, ਹਾਂਜੀ ਉਧਰ ਨੂੰ ਮਨ ਲੱਗਦਾ ਹੈ। ਹਾਂਜੀ ਭਗਤਾਂ ਦੀ, ਦਾਨੀਆਂ ਦੀ, ਮਹਾਨ ਦਾਨੀਆਂ ਦੀ ਕਥਾ ਸੁਣਿਆ, ਹਾਂ ਬੜੇ ਬੜੇ ਬਈ ਬਾਬਾ ਐਸੇ ਹਾਂਜੀ। ਦਾਨੀ ਹੋਣ ਚਾਹੀਦੇ। ਹਾਂਜੀ ਫਿਰ ਆਪਣੇ ਕੋਲ ਚਾਹੇ 2 ਰੁਪਏ ਵੀ ਹੋਣ ਹਾਂਜੀ ਜੇਬ 'ਚ, ਉਹ ਵੀ ਚਿੱਤ ਕਰਦਾ ਯਾਰ ਜਿਹੜੇ ਏਡੇ ਦਾਨੀ ਦਾਨ ਕਰਕੇ ਤਾਂ ਆਪਾਂ 2 ਰੁਪਏ ਨਹੀਂ ਕਰ ਸਕਦੇ। ਬਿਲਕੁਲ ਮਤਲਬ ਕਿੱਸਿਆਂ ਦਾ ਆਪਣੇ ਸੁਭਾਅ ਤੇ ਬਹੁਤ ਅਸਰ ਪੈਂਦਾ ਜੀ। ਹਾਂ, ਇਹ ਬੰਦੇ ਪਰ ਅਸਰ ਉਸ ਪਾਸੇ ਨੂੰ ਜਾਂਦਾ ਹੈ। ਜੀ ਅਗਰ ਜੇ ਇਹਨਾਂ ਕਿੱਸਿਆਂ ਦੇ ਵਿੱਚ ਉਹ ਲਿਖਦਾ ਮੰਦੇ ਕੰਮੀ ਮੰਦਾ ਹੋਵੇ, ਚੰਗੇ ਕੰਮੀ ਚੰਗਾ ਹੋਵੇ। ਅੱਛਾ ਜਿਹੜੇ ਮੰਦੇ ਗਾਣੇ ਆ ਸੁਣ ਕੇ ਤਾਂ ਮਨ ਵੀ ਮੈਲਾ ਹੀ ਹੋਣਾ। ਬਿਲਕੁਲ ਜੀ ਇਹਨਾਂ ਗਾਣਿਆਂ ਦੇ ਵਿੱਚ ਕੋਈ ਅਸਲੀਤ ਨਹੀਂ ਸੀ। ਅੱਛਾ ਜੀ ਇਹਨਾਂ ਲੋਕ ਕਥਾ ਦੇ ਵਿੱਚ ਸਾਰੀਆਂ ਅਸਲੀਤਾਂ ਗਾਣੇ ਬਣਦੇ ਤਾਂ ਇਹਨਾਂ ਵਿੱਚੋਂ ਹੀ ਆ, ਕੱਟ ਜੀ ਮਾਰਦੇ ਜੀ ਲਿਖਾਈ ਬਿਲਕੁਲ ਲਿਖਦੇ ਬਿਲਕੁਲ ਆ। ਹਾਂਜੀ ਪਰ ਬਾਤ ਕੁਛ ਹੋਰ ਹੁੰਦੀ ਹੈ, ਹਾਂਜੀ ਉਹਨੂੰ ਬਣਾ ਹੋਰ ਬਣਾ ਦਿੰਦੇ ਕੇ ਆ। ਸੋਚਦੇ ਬਿਲਕੁਲ ਹੁਣ ਕਹਿੰਦੇ ਉਹਨਾਂ ਲਿਖੀ ਦੀ ਸਹਿਬਾਂ ਬਣੀ ਭਰਾਵਾਂ ਦੀ ਭਾਈਆਂ ਤੋਂ ਯਾਰ ਯਾਰ ਮਨਾ ਹਾਂਜੀ, ਹਾਂਜੀ ਹਾਂਜੀ। ਦੇਰ ਤਰੀਕੇ ਨਾਲ ਲਿਖਿਆ ਜੀ। ਤਰੀਕੇ ਵਾਲੇ ਨੇ ਲਿਖੀ ਸੀ, ਹਾਂਜੀ ਉਹ ਗਲਤ ਲਿਖੀ ਹੈ। ਹੂੰ ਗਲਤ ਇਦਾਂ ਲਿਖੀ ਹੈ, ਬਾਪ ਦੇ ਦਰਵਾਜ਼ੇ ਦੇ ਮੂਹਰੇ ਬਰਾਤ ਬੈਠੀ ਨੂੰ ਛੱਡ ਕੇ ਉਹ ਮਿਰਜੇ ਕੇ ਨਿਕਲ ਕੇ ਆ ਗਈ। ਅੱਛਾ ਜੀ ਉਮਰਾਨ ਵਾਸਤੇ ਥੋੜੀ ਆਈ ਸੀ, ਹੂੰ। ਇਹਦੀ ਬਰਾਤ ਨੂੰ ਛੱਡ ਕੇ ਆ ਗਈ। ਬਿਲਕੁਲ ਜਿਹਨੂੰ ਇਹ ਹੁੰਦਾ ਤਾਂ ਆਪਣੀ ਦੋਤੀ ਨਾ ਚੜਦੀ ਉਹ, ਹੁੰਦੀ ਕਿਉਂ, ਬਿਲਕੁਲ ਜੀ। ਹੂੰ ਪਰ ਉਹ ਜੰਡ ਹੇਠਾਂ ਬੈਠਾ। ਹੂੰ ਹੁਣ ਪਤਾ ਤਾਂ ਉਸੇ ਨੂੰ ਕਿ ਉਹ ਕਰਨਾ ਕੀ ਸੀ, ਉਹਨੇ ਹੂੰ ਕਿਹੜੇ ਕੰਮ ਲਈ ਆਇਆ ਸੀ ਉਹ। ਹਾਂਜੀ ਤਾਂ ਉੱਥੇ ਬੈਠਾ ਉਹ ਡੇਰੇ ਲਈ, ਹੂੰ ਉਧਰ ਤੇ ਆ ਗਏ ਉਹ ਭਾਈ ਉਹਦੇ ਚੜਾਈ ਕਰਕੇ ਹਾਂਜੀ ਕਟਕ ਚੜ ਕੇ ਆਇਆ। ਅੱਛਾ ਜੀ ਤਾਂ ਜਿਸ ਵਕਤ ਆਇਆ ਉਹਨਾਂ ਨੇ ਸ਼ਮੀਰ ਨੇ ਤੀਰ ਮਾਰਿਆ, ਅੱਛਾ ਜੀ ਮਿਰਜ਼ਾ ਪਿਆ ਸੀ ਹੂੰ ਐ ਸਹਿਬਾਂ ਦੇ ਪੱਟ ਤੇ ਸਰਾਣਾ ਲਾ ਕੇ ਪਿਆ, ਹੂੰ ਸਾਹਮਣੇ ਬੈਠੀ ਹੈ। ਹੂੰ ਉਹ ਸ਼ਮੀਰ ਕਹਿੰਦਾ ਵੀ ਉਹ ਸਾਹਮਣੇ ਜਾਂਦੇ ਸੀ ਨਾ ਬੈਠੀ ਹੈ। ਹੂੰ ਇਹ ਨਿਕਲ ਕੇ ਆ ਗਈ, ਹਾਂਜੀ ਇਹਨੇ ਦਾਗ ਲਾਤਾ ਵੀ ਇਹਨੂੰ ਤੀਰ ਮਾਰ ਕੇ ਇੱਥੇ ਦੇ ਖਤਮ ਕਰਕੇ ਮੁੜ ਚਲੋ। ਹੂੰ ਉਹਨੇ ਤੀਰ ਮਾਰਿਆ, ਇੱਥੇ ਤੇ ਵੱਜ ਕੇ ਤੀਰ ਐ ਐ ਲੰਘ ਗਿਆ ਆਏ, ਅੱਛਾ ਜੀ ਇੱਥੇ ਮਿੱਟੀ ਕਰੀ ਹੋਈ ਪੱਟ ਕੇ ਲੈ ਗਏ ਹੂੰ ਤੇ ਤੀਰੀਆਂ ਪੈ ਰਹੀਆਂ ਖੂਨ ਦੀਆਂ। ਹੂੰ ਉਹ ਮਿਰਜ਼ੇ ਜਿਹਦਾ ਹੱਥ ਵੱਜਿਆ ਐ, ਖੂਨ ਦੇਖਿਆ, ਕਹਿੰਦਾ ਆ ਕੀ ਸਰ, ਕਹਿੰਦੀ ਤੈਨੂੰ ਨਹੀਂ ਪਤਾ ਲੱਗਿਆ, ਹੂੰ ਆਹ ਦੇਖ ਇੱਕ ਤੀਰ ਆਇਆ, ਉੱਠ ਕੇ ਇੰਤਜ਼ਾਮ ਕਰ ਲੈ, ਕੱਟ ਕੇ ਚੜ ਕੇ ਆ ਗਿਆ। ਹੂੰ ਸ਼ਰਾਬੀ ਸੀਗਾ ਬਾਲਾ ਉਹ, ਮਿਰਜ਼ਾ ਸ਼ਰਾਬੀ ਬਹੁਤਾ ਸੀ ਉਹ। ਅੱਛਾ ਮਿਰਜ਼ਾ ਜੀ। ਹਾਂ, ਅੱਛਾ ਜੀ ਦਾਰੂ ਬਹੁਤ ਪੀਤੀ ਵੀ ਸੀ ਸ਼ਰਾਬੀ ਜ਼ਿਆਦਾ। ਹੂੰ ਉਹਨੇ ਦੇਖਿਆ, ਕਹਿੰਦੇ ਵੀ ਚਾਰੇ ਪਾਸੇ ਕੱਟ ਕੇ ਚੜ ਕੇ ਆ ਗਿਆ,
ਉਹ ਖੜੇ ਨੇ ਬੰਦੇ ਸਾਹਮਣੇ। ਹਾਂਜੀ ਕਹਿੰਦਾ ਫਿਰ ਮੈਨੂੰ ਦੱਸ, ਜਿਸ ਨਾਲ ਸਹਿਬਾਂ ਨੇ ਉਂਗਲੀ ਕਰਕੇ ਦੱਸੇ ਲੋਕ ਹੈ। ਹਾਂਜੀ ਉਹਨੇ ਪਏ ਪਏ ਨੇ ਤੀਰ ਛੱਡਿਆ, ਅੱਛਾ ਜੀ ਪਏ ਪਏ ਨੇ ਪੱਤੇ ਤੋਂ ਖਿੱਚਲੇ ਰੰਗ ਦੇ ਸੁਨਹਿਰੀ ਤੀਰ, ਹੂੰ ਮਾਰਦਾ ਨੁਕਰਾਂ ਜੋੜ ਕੇ ਉੱਡ ਕੇ ਬਣੇ ਤੇ ਭੰਬੀਰ। ਅੱਛਾ 5-7 ਸਿੱਕੇ ਘੋੜੀਆਂ, 9ਵਾਂ ਸਿੱਕਿਆ ਸਹਿਬਾਂ ਦਾ ਵੀਰ। ਡਿੱਗਦੇ ਵੀਰ ਨੂੰ ਦੇਖ ਕੇ ਨੈਣਾ ਚੋਂ ਸੁਰਦੀ ਨੀਰ, ਹੋਰ ਨਾ ਮਾਰੀ ਖੂਨੀਆਂ ਬੁਰੀ ਭਰਾਵਾਂ ਦੀ ਪੀੜ। ਜੀ ਇੱਕੋ ਢਿੱਡ ਵਿੱਚ ਲੱਤਾਂ ਦੇ ਲੀਆਂ, ਹਾਂਜੀ ਮਾਤਾ ਦਾ ਰਲ ਕੇ ਚੁੰਗੇ ਸੀਰ। ਮੁੜ ਕੇ ਨਹੀਂ ਇਕੱਠੇ ਹੋਣਾ, ਮਿਰਜਾ ਮਾਂ ਜਾਏਗੀ ਅੱਛਾ ਜੀ ਦੁਨੀਆ ਤੇ ਫਿਰ। ਸਾਡੀ ਇਹੀ ਜਿਹੜਾ ਤੁਸੀਂ ਬੋਲਿਆ ਵਾ ਉਹ ਕੁਛ ਅਲਗੋਜ਼ਿਆਂ ਦੇ ਨਾਲ ਜਾਂ ਵਜਾ ਕੇ ਥੋੜਾ ਸੁਣਾ ਦਿੰਦੇ ਸਾਨੂੰ। ਹਾਂ ਅਸੀਂ ਕਿਸੇ ਦੀ ਗੱਲ ਹੈ, ਹਾਂਜੀ ਕਿਸੇ ਦੀ ਕਰ ਰਹੇ ਹਾਂ ਨਾ। ਹੂੰ ਇਹਨੂੰ ਅਸੀਂ ਸਾਡਾ ਗਾਉਂ ਸਾਰਾ ਕਲੀਆਂ ਦਾ ਹੈ। ਠੀਕ ਹੈ ਜੀ ਇਹ ਕਲੀ ਸੀ ਇਹ ਜਿਹੜੀ ਮੈਂ ਬੋਲਿਆ। ਮਤਲਬ ਅਲਗੋਜ਼ੇ ਆਪਣੇ ਕੋਲ ਹੋਣਗੇ ਤੇ ਇੰਸਟਰੂਮੈਂਟ ਹੋਊਗਾ ਤੁਹਾਡੇ ਕੋਲ ਤਿਆਰ ਕਰੇ। ਲਗੂਜੇ ਤਾਂ ਹਾਂ ਹੁਣ ਹੈ ਥੋੜਾ ਜਿਹਾ ਵਜਾ ਕੇ ਮਤਲਬ ਨਾ ਥੋੜਾ ਸੁਣਾ ਦਿੰਦੇ। ਅੱਛਾ ਨਾਨਕੇ ਕਿੱਥੇ ਮਤਲਬ ਇੱਥੇ ਹੀ ਨੇ ਉਹ? ਜੰਜੜੀ। ਝੰਜੇੜੀ ਹਾਂ, ਮਤਲਬ ਪੰਜਾਬ 'ਚ ਹੀ ਪੈਂਦਾ ਵਾ। ਹਾਂ ਹਾਂ ਹਾਂ। ਠੀਕ ਹੈ ਜੀ ਤੇ ਤੁਹਾਡਾ ਪੂਰਾ ਨਾਮ ਕੀ ਹੈ ਜੀ ਮਤਲਬ? ਹਰਪਾਲ ਸਿੰਘ ਹੈ। ਪਾਲ ਸਿੰਘ ਆ ਨਾ? ਅੱਛਾ ਜੀ ਤੇ ਤੁਹਾਨੂੰ ਉਹਦੇ ਛੋਟੇ ਨਾਮ ਨੂੰ ਪਲ ਨਾਮ ਨਾਲ ਮਤਲਬ ਜ਼ਿਆਦਾ ਜਾਣਦੇ ਆ ਲੋਕ? ਜਿਹੜਾ ਇੱਕ ਮੇਰਾ ਗੁਰਪਾਈ ਦਾ ਅੱਛਾ ਜੀ ਰੋਪੜ ਦਾ ਅੱਛਾ ਜੀ ਪੁਰਾਣਾ ਕਲਾਕਾਰ ਸੀ ਉਹ। ਅੱਛਾ ਜੀ ਉਹ ਵੀ ਪਾਕਿਸਤਾਨ ਤੋਂ ਗਾਉਂਦਾ ਆਇਆ ਸੀ। ਅੱਛਾ ਜੀ ਸਟਾਰ ਦਾ ਪਹਿਲਾ ਬੜਾ ਚੇਲਾ ਸੀ ਉਹ। ਅੱਛਾ ਜੀ ਉਹ ਮੈਨੂੰ ਪਾਲਾ ਕਹੇ ਕਰਦਾ ਤਾ। ਅੱਛਾ ਜੀ ਉਹਨੇ ਵੀ ਪਾਲੇ ਨੂੰ ਉਹ ਪਾਲੇ ਭੱਜ, ਉਹ ਆ ਜਾ ਬਈ ਆ ਜਾ। ਮੇਰਾ ਬਹੁਤ ਕੇਅਰ ਕਰਦਾ ਸੀ ਕਿਉਂ ਉਹ ਆਗੂ ਬੰਦਾ ਮੂਹਰੇ ਗਾਉਂਦਾ ਸੀ। ਹਾਂਜੀ ਜੇ ਉਹਨੂੰ ਦਮ ਦਵਾਉਣਾ ਤਾਂ ਮੈਂ ਦਵਾ ਸਕਦਾ ਸੀ। ਅੱਛਾ ਜੀ ਤਾਂ ਫਿਰ ਸੁਰ ਕਲਾਮ ਫਕਰਨਾ ਤਾਂ ਮੈਂ ਕਰ ਸਕਦਾ ਸੀ। ਬਾਕੀ ਦੇ ਮੁੰਡੇ ਕਰਦੇ ਨਹੀਂ ਗੇ। ਹਾਂਜੀ ਉਹ ਫਿਰ ਮੇਰਾ ਬਹੁਤ ਜ਼ਿਆਦਾ ਧਿਆਨ ਕਰਦਾ। ਪਾਲਾ ਪਾਲਾ ਕਰਕੇ ਬਾਹਰ ਸਾਰਾ ਪਾਲਾ ਹੀ ਨਾ ਖਿਲਾ ਦਿਓ। ਅੱਛਾ ਜੀ ਕਈ ਤਾਂ ਜਿਹੜੇ ਨਹੀਂ ਬੰਦੇ ਜਾਂਦੇ ਪਾਲਾ ਖਾਣ ਦੱਸਦੇ ਵੀ ਮੁਸਲਮਾਨ ਹਾਂਜੀ ਅੱਛਾ ਜੀ ਇਦਾਂ ਵੀ ਮਤਲਬ ਕਹਿੰਦੇ ਹੈ ਆਪਣਾ ਸਿੱਖ ਪਰਿਵਾਰ ਹੀ ਹੈ ਹਾਂ ਮਤਲਬ ਹਾਂ ਮੁਸਲਮਾਨ ਪਰਿਵਾਰ ਨਹੀਂ ਹਾਂ ਅੱਛਾ ਜੀ ਹੈ ਸਿੱਖ ਪਰਿਵਾਰ ਆ ਸੀ। ਠੀਕ ਹੈ ਜੀ ਮਜਬੀ ਸਿੰਘ ਹੈਗੇ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਜਿਹੜਾ ਇਹ ਮਜਬੀ ਆਪਣਾ ਹਾਂਜੀ। ਬਾਬਾ ਜੂਨ ਸਿੰਘ ਹੋਇਆ ਹਾਂਜੀ ਜਿਹੜਾ ਦਿੱਲੀੋਂ ਸੀ ਦਾ ਸੰਗਤ ਸਿੰਘ ਜੀ ਨੇ ਸਿਰ ਆਪਣੇ ਸਿਰ ਪਰ ਕੰਗੀ ਲਵਾ ਕੇ ਗੁਰੂ ਦੀ ਥਾਂ ਸਿਰ ਵਧਾਇਆ ਸੀ। ਅੱਛਾ ਜੀ ਹਾਂਜੀ ਉਹ ਜੱਦ ਹੈ ਸਾਡੀ ਉਸ ਜੱਦ ਵਿੱਚੋਂ ਅਸੀਂ ਅੱਛਾ ਜੀ ਅੱਛਾ ਜੀ ਹਾਂ ਜਿਹਨੂੰ ਜੱਦ ਗੋਤ ਕਹਿੰਦੇ ਨਾ ਹਾਂਜੀ ਹਾਂਜੀ ਸਮਝ ਗਏ ਉਸ ਖਾਨਦਾਨ ਵਿੱਚੋਂ ਅਸੀਂ ਹਾਂਜੀ ਉਹ ਪੀੜੀ ਚਲੀ ਜਾ ਰਹੀ ਸਾਡੀ। ਅੱਛਾ ਉਹ ਪੀੜੀ ਗੋਦ ਵੀ ਉਹੀ ਆ। ਅੱਛਾ ਜੀ ਅੱਛਾ ਜੀ ਗੋਤ ਸਾਡੇ ਉਹੀ ਗੋਤ ਸੀਗਾ। ਅੱਛਾ ਜੀ। ਸੀਲੀ ਦੀ ਆਪਣੀ ਆ ਫੜ ਗਿਆ ਉਹ ਇਹ ਇੱਕ ਮਿੰਟ। ਦਿੱਲੀ ਦਾ ਬਣਿਆ ਹੋਇਆ ਇਹ ਸਾਡਾ। ਦਿੱਲੀ ਤੋਂ ਬਣਿਆ ਹੋਇਆ ਮੁਝੇ ਖਾਣ ਦਾ। ਦੇਖ ਤਾਂ ਬਣਾ ਬਣਿਆ। दूसरा भी दिखा चार ये सीढ़ी बनी हुई है ना? सीढ़ी बनी हुई है। ਸੀਡੀ ਬਣੀ ਪਾਲਾ अच्छा जी ਗੁਰਵਿੰਦਰ ਸਿੰਘ ठीक है जी ਪਹਿਲਾਂ ਉਸਤਾਦ ਕੋਲ ਹੋਜੀ ਬਜਾਉਣ ਲੱਗਿਆ ਸੀ। अच्छा जी ਪਰ ਹੋਜੀ ਬਜਾਏ ਤੇ ਬਾਅਦ ਨੂੰ ਤੁੰਬਾ। ਅੱਛਾ ਜੀ ਕਿਹੜਾ ਸਾਜ਼ ਦਾ ਮਤਲਬ ਜਿਹੜਾ ਤੁਹਾਨੂੰ ਜ਼ਿਆਦਾ ਪਸੰਦ ਹੈ ਤੇ ਜ਼ਿਆਦਾ ਵਜਾਉਣਾ ਤੁਸੀਂ ਪਸੰਦ ਕਰਦੇ ਹੋ ਵੀ ਆ ਮੈਂ ਇਹਦੇ ਆਹ ਸਾਜ਼ ਨਾਲ ਮੈਂ ਗਾਵਾਂ ਜ਼ਿਆਦਾ ਕੋਈ ਇਸ ਤਰ੍ਹਾਂ ਦਾ ਹੈ ਜਾਂ ਕਿ ਜਿਹੜਾ ਮਰਜ਼ੀ ਸਾਜ਼ ਮਿਲ ਜਾਵੇ ਉਹਨੂੰ ਨਹੀਂ ਵਜਾਉਣਾ? ਨਹੀਂ ਮੇਰੇ ਸਾਡੇ ਗਾਉਂ ਦੇ 3 ਸਾਲ ਹੈ। ਅੱਛਾ। ਅਲਗੋਜੇ ਆ ਢਾਡੇ ਤੁੰਬਾ। ਅੱਛਾ ਜੀ ਜਾਣੀ ਕਿ ਮੈਂ ਤਿੰਨਾਂ ਨੂੰ ਵਜਾ ਲੈਣਾ, ਤਿੰਨਾਂ ਨਾਲ ਗਾ ਲੈਣਾ। ਉਸੇ ਅੱਛਾ। ਢੰਗ ਤਰੀਕੇ ਨਾਲ ਮੈਨੂੰ ਤਿੰਨੇ ਪਾਸੇ ਦਾ ਇੱਕੋ ਪਤਾ। ਤਿੰਨੀ ਪਸੰਦ ਨੇ ਮਤਲਬ ਜਾਣੋ ਆਹ ਜੋ ਫਿਰ ਕੰਮ ਜਿਹੜਾ ਦੂਸਰੇ ਨੂੰ ਦੱਸਣਾ ਹੈ ਹਾਂਜੀ ਇਹ ਬਣਾਇਆ ਹੋਇਆ ਉਹ ਨਾਲ ਹੀ ਹੈ। ਦੱਸਾਂਗੇ। ਅੱਛਾ ਜੀ ਹਾਂਜੀ ਆ ਤਾਂ ਇਹ ਫਿਲਮ ਵਿੱਚ ਆ। ਨਾਟਸ਼ਾਲਾ ਵਾਲਾ ਹਾਂਜੀ ਇਹ ਤਾਂ ਇਹ ਜੋ ਉੱਥੇ ਲੁਧਿਆਣੇ ਕਰਾ ਤੇ ਜਿਹੜਾ ਇਹ ਉੱਥੇ ਵਾਲਾ ਜੀ ਇਹ ਅੰਮ੍ਰਿਤਸਰ ਵਾਲਾ ਅੰਮ੍ਰਿਤਸਰ ਵਾਲਾ ਜੀ ਇਹ ਇਹ ਲੁਧਿਆਣੇ ਦਾ ਵੀ ਇਹ ਹੈਗਾ। ਲੁਧਿਆਣਾ ਨਾਲ ਹੋ ਗਿਆ। ਏਸ਼ੀਆ ਦੇ ਖੇਡਾਂ 'ਚ ਗਿਆ ਹੋਇਆ ਵੀਰੇ। ਹਾਂਜੀ ਇਹ ਦਰਗਾਹ ਸ਼ਰੀਫ ਹੈ। ਇਹ ਮੂਵੀ ਵਿੱਚ ਸਾਰਾ ਹੈ। ਇਹ ਮੂਵੀ ਵਿੱਚ ਸਾਰਾ ਹੈ। ਅੱਛਾ ਜੀ ਆ ਬਚਪਨ ਦੀ ਫੋਟੋ ਡੈਡੀ ਦੀ ਕਿਹੜੀਆਂ ਇਹ ਇੱਥੇ ਦੀ ਲਾ ਦੀਆਂ ਮੈਨੂੰ ਲੱਗਦਾ photo। ਨਹੀਂ ਇਹ ਬਾਹਰ ਦੀ ਹੋ ਦੇ ਬਾਅਦ ਇਹਦਾ ਹੋਰ ਕਲਾਕਾਰਾਂ ਦੇ ਬਾਅਦ ਅੱਛਾ ਜੀ ਇਹ ਗੁਰਵਿੰਦਰ ਨੇ ਬਣਾਇਆ ਹੋਇਆ ਬਣਾ ਹੈ। ਅੱਛਾ ਜੀ ਜਿਹੜਾ ਨੈਟ ਤੇ ਪ੍ਰੋਗਰਾਮ ਦਿੱਤਾ ਸ਼ਿਪਾਲੀ ਮੈਡਮ ਨੇ ਵੀ ਉਹਦੇ ਨੈਟ ਤੇ ਦਿੱਤਾ ਹੋਇਆ। ਗੁਰਜਿੰਦਰ ਨੇ ਵੀ ਦਿੱਤਾ ਹੋਇਆ। ਅੱਛਾ ਜੀ ਉਹਨੇ 2 ਗਾਣੇ ਬਾਹਰ ਛੱਡੇ। ਇੱਕ ਤਾਂ ਕਲੈਰੀਆ ਮੋਰਾ ਪੁਰਾਣੇ ਜ਼ਮਾਨੇ ਦਾ, ਇੱਕ ਨਵੇਂ ਜ਼ਮਾਨੇ ਦਾ ਪੱਟ ਕੇ ਟੇਪ ਰਿਕਾਰਡ ਨੇ 2 ਗਾਣੇ ਬਾਹਰ ਛੱਡੇ ਸੀ ਉਹਨੇ। ਅੱਛਾ ਜੀ ਇਹਦੀ ਰੈਵੂਲੇਸ਼ਨ ਕਰਾ ਕੇ ਲੈ ਕੇ ਆਈ। ਹਾਂ ਇਹਦੀ ਸਰਟੀਫਿਕੇਟ ਵੀ ਇਹ ਚੀਜ਼ਾਂ ਸਾਂਭ ਕੇ ਰੱਖ ਲਓ ਜੀ ਹੁਣ ਕਿਵੇਂ ਹੁਣ ਜਿਵੇਂ ਅਸੀਂ ਪੜ੍ਹਦੇ ਹਾਂ ਹਾਂ ਹਨਾ ਹਾਂ ਤੇ ਸਾਨੂੰ ਇਹ ਆ ਵੀ ਜਿਹੜੇ ਮਤਲਬ ਇਸ ਤਰ੍ਹਾਂ ਦਾ ਮਤਲਬ
ਤੁਸੀਂ ਗਾਉਂਦੇ ਹੋ ਕਰਦੇ ਹੋ, ਸਾਡਾ ਇਹ ਹੈ ਵੀ ਕਿਤੇ ਨਾ ਕਿਤੇ ਉਹ ਬੰਦੇ ਦੇ ਸਾਹਮਣੇ ਹੋਣ, ਨਾਮ ਹੋਵੇ ਉਹਨਾਂ ਦਾ ਨਾ, ਕਿਉਂਕਿ ਜਿਹੜੀ ਕਲਾ ਵਾ ਛੁਪੀ ਨਾ ਰਹੇ, ਉਹਨੂੰ ਸਾਹਮਣੇ ਆਵੇ ਉਸ ਜਿਹੜੀ ਅਸਲ ਸਰਟੀਫਿਕੇਟ ਇਹਨਾਂ ਕੋਲ ਹੀ ਆ ਪੰਜਾਬ ਵਿੱਚ, ਹੋਰ ਕਿਸੇ ਕੋਲ ਅੱਛਾ ਜੀ, ਹੋਰ ਇੱਕ ਦੋ ਬੰਦਿਆਂ ਕੋਲ ਜੋ ਹੋਇਆ ਵੀ ਅਸਲ ਇਹਨਾਂ ਕੋਲ ਹੀ ਆ। ਅੱਛਾ ਜੀ, ਕਿਉਂਕਿ ਸਾਡਾ ਇਹ ਹੀ ਆ ਹੁਣ ਮਕਸਦ ਵੀ ਮਤਲਬ ਸਾਰੇ ਕੱਟ ਨੂੰ ਮਾਰ ਦੂਗਾ ਅੱਛਾ ਜੀ, ਜਿਹਦੇ ਐਸੇ ਤਫਾ ਨਹੀਂ ਪੀਗਾ। ਹਾਂਜੀ ਉਹ ਕਹਿਣਾ ਵੀ ਸੀਗਾ ਮੈਂ ਤੀਰ ਜਿਹੜਾ ਛੱਡੂਗਾ ਹਾਂਜੀ, ਤੇ ਮੂੰਹ ਤੇ ਵੀ ਕਹਿਣਾ ਸੀ ਦੁਸ਼ਮਣ ਨੂੰ ਮਾਰੂਗਾ ਜਾ ਕੇ ਮਿੱਤਰ ਦੇ ਦਿਨ ਬਚੂਗਾ। ਅੱਛਾ ਜੀ, ਮਿੱਤਰ ਵਿੱਚ ਫਿਰੀ ਜਾਣਗੇ ਪਰ ਜਾ ਕੇ ਦੁਸ਼ਮਣ ਦੇ ਬਚਣਾ ਉਹ। ਅੱਛਾ ਜੀ, ਐਸੇ ਤਫਾ ਨਹੀਂ ਪੀ ਸੀਗੇ ਉਹਦੇ। ਅੱਛਾ ਜੀ, ਉਹ ਫਿਰ ਉਹਨਾਂ ਨੇ ਕਿਹਾ ਵੀ ਇਹ ਸਾਰਿਆਂ ਨੂੰ ਮਾਰ ਦੂਗਾ, ਲੜਕੇ ਦੇ ਕੰਮ ਸੁੱਟ ਨਹੀਂ ਆਉਣਾ। ਹਾਂਜੀ ਫਿਰ ਉਹਨਾਂ ਨੇ ਇੱਕ ਢੰਗ ਕੀਤਾ, ਹਾਂਜੀ, ਉਹਨਾਂ ਨੇ ਢੰਗ ਕੀਤਾ ਅੱਕਾਂ ਦੇ ਤੋੜ ਕੇ ਨਾ ਪੱਤੇ, ਅੱਛਾ ਜੀ, ਅੱਕਾਂ ਦੇ ਪੱਤੇ ਉਹਨੇ ਕੁਰਾਨ ਸ਼ਰੀਫ ਬਣਾ ਲਿਆ, ਅੱਛਾ ਜੀ, ਕੁਰਾਨ ਪਾਕ ਬਣਾਇਆ, ਲਪੇਟ ਕੇ ਉਹਨੂੰ ਜਿਸ ਤਰ੍ਹਾਂ ਕੁਰਾਨ ਬਣਾਈ ਹਾਂਜੀ। ਹੁੰਦੀ ਹੈ ਮੁਸਲਮਾਨਾਂ ਦੀ, ਹਾਂਜੀ ਉਸ ਤਰ੍ਹਾਂ ਬਣਾ ਕੇ ਉਹ ਕਾਜੀ ਦੇ ਸਿਰ ਤੇ ਰੱਖ ਕੇ ਹਾਂਜੀ, ਮੂਹਰੇ ਕਾਜੀ ਤੋੜ ਕੇ ਹਥਿਆਰ ਗੇਰ ਕੇ ਹੱਥ ਖੜੇ ਕਰਕੇ ਕੋਲ ਆ ਦਿੰਦੇ ਨੇ। ਅੱਛਾ ਜੀ, ਸਾਹਿਬਾਂ ਨੂੰ ਕਹਿਣ ਲੱਗੇ ਵੀ ਕੰਮ ਸੁਣੋ, ਉੱਥੇ ਉਹਨਾਂ ਲੱਗੇ ਵੀ ਹਥਿਆਰ ਗੇਰ ਕੇ ਕਰਕੇ ਪਾਕ ਬਣਾਇਆ ਬਤੋ ਸਿਰ ਤੇ ਰੱਖ ਕੇ ਤਿੰਨੇ ਭਾਈਆਂ ਨੇ, ਤਿੰਨ ਭਾਈ ਤੇ ਸਾਹਿਬਾਂ ਦੇ, ਅੱਛਾ ਜੀ, ਇੱਕ ਤਾਂ ਸੁਲਤਾਨ, ਅੱਛਾ ਜੀ, ਇੱਕ ਸ਼ਮੀਰ, ਹੂੰ, ਇੱਕ ਦਲਵੀਰ, ਹਾਂਜੀ, ਤਿੰਨ ਭਾਈ ਸੀਗੇ। ਅੱਛਾ ਜੀ, ਉਹਨਾਂ ਤਿੰਨੇ ਭਾਈਆਂ ਨੇ ਕਸਮਾਂ ਖਾਈਆਂ ਅੱਛਾ ਜੀ, ਵੀ ਅਸੀਂ ਸਿਰਫ ਤੇਰਾ ਨਿਕਾਹ ਪੜਾਉਣਾ ਹੈ, ਹਾਂਜੀ, ਆਪਣਾ ਹੱਕ ਨਿਕਾਹ ਪੜਾ, ਅੱਛਾ ਜੀ, ਦਾਨਾ ਬਾਦ ਹੋ ਜਾ, ਠੀਕ ਹੈ, ਸਾਡੀ ਕੋਈ ਲੜਾਈ ਨਹੀਂ। ਸਹਿਮਤ ਹੋਏ ਉੱਥੇ। ਸੁਣ ਲਓ ਹੈਲੋ, ਹਾਂਜੀ, ਤੇਰੀ ਨਿਕਾਹ ਪੜਾਉਣਾ ਹੈ, ਕਸਮਾਂ ਖਾਣੇ ਤੋਂ ਯਕੀਨ ਹੋ ਗਿਆ। ਬੇਟਾ ਬਸਾਨ ਉੱਠ ਕੇ ਤੀਰ ਮਾਰ ਕੇ ਸਾਨੂੰ ਮਾਰ ਦੇ ਸਨ, ਹੂੰ, ਸ਼ਰਾਬੀ ਬੰਦੀ ਦਾ ਉਤਮਾਰ ਨਹੀਂ ਸਨ ਵੀ ਇਹਦੇ ਜਿਹੜੇ ਤੀਰ ਹੈ ਨਾ ਸਾਡੇ ਕੋਲ ਫੜਾ ਦੇ, ਅੱਛਾ ਜੀ, ਅਸੀਂ ਫੜ ਕੇ ਰੱਖਾਂਗੇ ਹੂੰ, ਵੀ ਨਿਕਾਹ ਤੋਂ ਬਾਅਦ ਹਾਂਜੀ, ਜਾਂਦੇ ਹੋਏ ਅਸੀਂ ਦੇ ਜਾਵਾਂਗੇ, ਅੱਛਾ, ਸਾਨੂੰ ਕੀ ਕਰਨਾ, ਸਾਡੇ ਕਿਹੜਾ ਕੰਮ ਦੇ, ਹੂੰ, ਦੇ ਜਾਵਾਂਗੇ। ਹਾਂਜੀ, ਉਹਨੇ ਯਕੀਨ ਕੀਤਾ ਭਾਈਆਂ ਤੇ ਭਰੋਸਾ ਕਰਕੇ ਉਹ ਫਸ ਗਈ। ਕਹਿੰਦੀ ਮਿਲ ਗਿਆ, ਭਾਈ ਆਏ ਨੇ ਮੇਰੇ ਤਿੰਨੇ ਹੂੰ, ਆਪਣਾ ਨਿਕਾਹ ਪੜਾਉਣੇ ਨੇ, ਹੂੰ, ਨਿਕਾਹ ਮਨਜ਼ੂਰ ਹੈ? ਕਹਿੰਦਾ ਹਾਂ ਮਨਜ਼ੂਰ ਹੈ। ਹਾਂਜੀ, ਕਹਿੰਦੀ ਲੜੀ ਬੋਲੀ ਨਾ, ਚੁੱਪ ਕਰਕੇ ਪੈ ਜਾ, ਹੂੰ, ਆਪਣਾ ਨਿਕਾਹ ਪੜ੍ਹ ਹੋਣ ਲੱਗਿਆ, ਹੂੰ, ਕਹਿੰਦਾ ਪੜਾ ਲੈ ਤੇ ਆਹੋ ਹੂੰ, ਤਾਂ ਉਹਨੇ ਆਪਣੇ ਸਾਨੂੰ ਦਾ ਬਣਾ ਕੇ ਇਮੋਜੀ ਉਹਦੇ ਸਿਰ ਤੋਂ ਦਿੱਤਾ। ਉਹਨੇ ਕਿਹਾ ਵੀ ਤੀਰ ਸਾਡੇ ਕੋਲ ਫੜਾ ਦੇ, ਤਾਰ ਕੇ ਤੀਰ ਜੰਡ ਕੇ ਲੋ ਆਪਣੇ ਭਾਈਆਂ ਨੂੰ ਫੜਾ ਦੇ। ਅੱਛਾ, ਫੜਦੀ ਸਾਰ ਉਹਨਾਂ ਨੇ ਤੀਰ ਤੋੜ ਦਿੱਤੇ। ਅੱਛਾ, ਤੀਰ ਤੋੜ ਕੇ ਫਿਰ ਕਹਿੰਦੇ ਲੈ ਐ ਧੋਖਾ ਕਰਿਆ ਤਾਂ ਹੂੰ, ਸਾਹਿਬਾਂ ਨੂੰ ਕਹਿੰਦੇ ਅਸੀਂ ਵੀ ਤੇਰੇ ਕੋਲ ਧੋਖਾ ਹੀ ਕਰੇ। ਹੂੰ, ਇਹ ਕੁਰਾਨੇ ਪਾਕ ਨਹੀਂ ਹੈਗਾ, ਹੂੰ, ਅੱਖਾਂ ਦੇ ਪੱਤੇ ਐਂ ਖਿਲਾਫੇ ਆ ਦੇਖ ਲੈ ਐ ਪੱਤੇ ਹੁਣ ਤੂੰ ਠਾਲ ਇਹਨੂੰ ਠਾਲ ਉਹਨੇ ਕਿਹਾ ਵੀ ਲੈ ਵੀ ਸੱਤ ਜਾ ਹੋਈ ਇਹਨੂੰ ਸੱਤਣਾ ਭੱਜ ਲੈ ਜਿਵੇਂ ਭੱਜਣਾ ਤੈਨੂੰ ਜਾਣ ਨਹੀਂ ਦੇ, ਇਹਨੂੰ ਇੱਥੇ ਮਾਰਨਾ ਖਤਮ ਕਰਨਾ ਤੁਹਾਨੂੰ। ਫਿਰ ਉਹ ਪੁੱਛਿਆ ਇਹਨਾਂ ਦਾ ਮੇਰਾ ਵਰਗੇ
ਖੈਰ 87 ਸਾਲ ਹੋ ਗਏ ਆ, ਹੂੰ ਪੂਰਾ 200 ਸਾਲ ਨਹੀਂ ਹੋਇਆ ਹਲੇ। ਹੂੰ ਹੂੰ ਮਿਰਜ਼ਾ ਬਾਅਦ ਚ ਆਇਆ। ਅੱਛਾ ਜੀ। ਇਹ ਤੋਂ ਪਹਿਲੇ ਆਸ਼ਿਕ ਆ ਨੇ, ਹਾਂਜੀ ਉਹਨਾਂ ਆਸ਼ਿਕਾਂ ਨੇ ਰੱਬ ਨੂੰ ਨਹੀਂ ਮੰਨਿਆ। ਹਾਂਜੀ ਉਹ ਤਾਂ ਆਪਣੇ ਮਸ਼ੂਕ ਨੂੰ, ਮਸ਼ੂਕ ਨੇ ਆਪਣੇ ਆਸ਼ਿਕ ਨੂੰ, ਉਹਨਾਂ ਨੂੰ ਮੰਨਿਆ। ਹਾਂਜੀ ਮਜਨੂੰ ਸਿੱਧਾ ਕਹਿੰਦਾ ਲੈਲਾ ਮੈਂ ਤੈਨੂੰ ਰੱਬ ਮੰਨਿਆ, ਹਾਂਜੀ ਤੇਰੇ ਵਿੱਚੋਂ ਕਿਸੇ ਨੂੰ ਜਨਮਾ ਹਜੂਗਾ। ਹਾਂਜੀ ਲੈਲਾ ਮੈਂ ਤੈਨੂੰ ਰੱਬ ਮੰਨਿਆ, ਉਹ ਤਾਂ ਇੱਕ ਦੂਜੇ ਨੂੰ ਮੰਨਦੇ ਸੀਗੇ। ਹਾਂਜੀ ਇਸੇ ਕਾਰਨ ਫਿਰ ਉਹਨੇ ਆਸ਼ਕੀ ਇਹ ਅੱਗੇ ਵਾਸਤੇ ਚੱਲਣੀ ਬੰਦ ਕੀਤੀ ਸੀ। ਅੱਛਾ ਜੀ। ਤਾਂ ਮਿਰਜ਼ਾ ਆਇਆ ਸੀ। ਜਿਵੇਂ ਹੁਣ ਆਪਣੇ ਯੋਧਿਆਂ ਨੇ ਕੁਰਬਾਨੀਆਂ ਕਰੀਆਂ ਤਾਂ ਸਾਡਾ ਹਿੰਦੁਸਤਾਨ ਆਜ਼ਾਦ ਹੋਇਆ। ਹਾਂਜੀ ਭਗਤ ਸਿੰਘ, ਰਾਜਗੁਰੂ ਸਾਹਿਬ ਇਹਨਾਂ ਨੇ ਕੁਰਬਾਨੀਆਂ ਕਰੀਆਂ ਹੂੰ ਬਈ, ਤਾਂ ਗੁਰੂ ਗੋਬਿੰਦ ਸਿੰਘ ਨੇ ਕੁਰਬਾਨੀ ਕੀਤੀ, ਹਿੰਦ ਬਚਾਈ। ਹਾਂਜੀ ਕੁਰਬਾਨੀ ਕਰਨੀ ਪੈਂਦੀ। ਇਹ ਮਿਰਜ਼ੇ ਨੇ ਕੁਰਬਾਨੀ ਇਹ ਜਾਨ ਬੁੱਝ ਕੇ ਕੁਰਬਾਨੀ ਦਿੱਤੀ ਉੱਥੇ। ਅੱਛਾ ਜੀ। ਸ਼ਹੀਦ ਹੋਇਆ। ਕਿਆ ਆਸ਼ਕ ਜੰਮਣੇ ਬੰਦ ਕਰਨੇ ਖਾਤਰ ਅੱਛਾ ਜਿਹੜੀ ਉਹਦੀ ਡਿਊਟੀ ਲੱਗੀ ਸੀ ਉਹ ਕੀਤਾ। ਹੂੰ ਨਹੀਂ ਐਡਾ ਬਹਾਦਰ ਸੀ, ਸਾਰਿਆਂ ਨੂੰ ਮਾਰ ਦਿੰਦਾ। ਸਹੀ ਗੱਲ ਹੈ। ਉਹ ਗਿਆ ਨਹੀਂ, ਮਤਲਬ ਉੱਥੇ ਰੁਕਿਆ। ਉਹਦੇ 4 ਭਾਈ ਖਾੜਕੂ ਸੀ ਪਿੱਛੇ, ਹੂੰ ਸਰਜਾ, ਗਰਜਾ, ਹਾਂਜੀ। ਸਰਦੂਲ ਖਾਂ, ਸਮੁੰਦ ਖਾਂ, 4 ਭਾਈ ਸੀ ਇਹ ਅੱਛਾ। ਪਿੱਛੇ। ਅੱਛਾ ਜੀ। 5ਵਾਂ ਸੀ ਇਹ। ਅੱਛਾ ਜੀ। ਇਹਦਾ ਵਿੰਜਣ ਬਾਪ ਸੀ, ਅੱਛਾ ਜੀ। ਇਲਾਕਾ ਡਰਦਾ ਸੀ। ਹਾਂਜੀ ਖਾੜਕੂ ਬੰਦੇ ਸੀ, ਖੜਲ ਗੋਸ਼ ਸੀ ਇਹਨਾਂ ਦਾ। ਹਾਂਜੀ ਜਿਹੜਾ ਰਹਿਮੂ ਰਾਹ ਸੀ 75 ਸਾਲ ਦਾ ਸੀ, ਅੱਛਾ ਜੀ। ਬੁੱਢਾ ਇਹਨਾਂ ਦਾ। ਅੱਛਾ ਜੀ। ਜੋ ਕਿਤੇ ਆਉਂਦਾ ਹੁੰਦਾ ਤਾਂ ਲੋਕ ਰਾਹ ਛੱਡ ਜਾਂਦੇ ਸੀ, ਪਾਸਾ ਨਹੀਂ ਮੁੰਡਾ ਨੂੰ ਲੰਘ ਜਾਂਦੇ, ਲੰਘ ਜਾਂਦੇ। ਅੱਛਾ ਜੀ। ਉਹ ਆਉਂਦਾ ਹੁੰਦਾ, ਹੂੰ ਦੁਨੀਆ ਡਰਦੀ ਸੀ। ਅੱਛਾ ਜੀ। ਐਸੇ ਬਹਾਦਰ ਹੁੰਦਿਆਂ ਹੋਇਆਂ ਹਾਂਜੀ। ਉਹਨੂੰ ਡਰਨ ਦੀ ਕੀ ਲੋੜ ਸੀ? ਆਦਾ ਕੰਮ ਉਹਨੇ ਜਾਣ ਬੁੱਝ ਕੇ ਕੀਤਾ। ਅੱਛਾ ਜੀ। ਅੱਜ ਦੇ ਲਿਖਾਰੀਆਂ ਨੇ ਪੁੱਠਾ ਲਿਖ ਦਿਆ ਪੁੱਠਾ ਸਾਹਿਬਾਂ ਲਿਖਤਾ ਬਣੀ ਵੀ ਆ, ਭਰਾਵਾਂ ਦੀ ਬਣੀ ਭਾਈਆਂ ਤੋਂ। ਬਿਲਕੁਲ। ਕਿੱਸਾ ਸੁਣ ਕੇ ਫਿਰ ਪਤਾ ਲੱਗਦਾ ਸਾਡੀ ਗੱਲਾਂ ਦਾ। ਉਹਨਾਂ ਨੇ ਹੂੰ ਇੱਕ ਮੇਰਾ ਭਾਈ ਸੀ, ਉਹ ਸਾਡਾ ਧਰਮ ਕਈ ਹੋਇਆ ਵਾਟਾ ਭਾਈ ਤੇ। ਕਈ ਵਾਰੀ ਉਹ ਲਿਖਾਰੀ ਸੀ, ਉਹ ਗਾਣੇ ਲਿਖੇ ਕਰਦਾ। ਤੁਸੀਂ ਸੁਣੇ ਵੀ ਹੁਣ ਸਤਨਾਮ ਚੰਗਿਆੜਾ। ਅੱਛਾ ਅੱਛਾ ਲੁਧਿਆਣੇ ਗਾਣਾ ਅੱਛਾ ਲੁਧਿਆਣੇ ਦਾ ਸੀ। ਹਾਂ ਅੱਛਾ ਅੱਛਾ ਹੈ ਜੀ। ਇੱਥੇ ਦਾ ਰੋਪੜ ਦਾ। ਅੱਛਾ ਜੀ। ਉੱਥੇ ਅਸੀਂ ਬਚਪਨ ਵਿੱਚ ਇਕੱਠੇ ਹੋਏ। ਅੱਛਾ ਜੀ। ਹੁਣ ਮੇਰੀ ਤਾਂ ਗਾਉਣ ਦੀ ਲਲਕ ਸੀ, ਸਾਨੂੰ ਅਸੀਂ ਗਾਉਂਦੇ ਸੀ। ਹਾਂਜੀ ਉਹਨੇ ਸਾਡਾ ਗਾਉਣ ਸੁਣੇ। ਜੀ। ਕੋਈ ਪੁੱਛਦਾ ਕਿਹਨੇ ਲਿਖਿਆ, ਕਿਹੜੇ ਲਿਖਾਰੀ ਨੇ। ਉਹਨੇ ਬਹੁਤ ਸਾਰਾ ਸਾਡੀਆਂ ਗੱਲਾਂ ਵਿੱਚ ਉਹਨੂੰ ਕਾਫੀ ਚੀਜ਼ਾਂ ਮਿਲੀਆਂ। ਹੂੰ ਉਹਨੇ ਫਿਰ ਮੇਰੇ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ। ਜੀ। ਅਸੀਂ ਇਕੱਠੇ ਰਹਿੰਦੇ। ਅੱਛਾ ਉਹਨੇ ਫਿਰ ਇੱਧਰ ਸਾਡੇ ਪ੍ਰੇਮ ਭਾਵਨਾ ਕਰਕੇ ਉਹਨੂੰ ਕਿੱਸਿਆਂ ਬਾਰੇ ਚ ਪਤਾ ਸੀ। ਅੱਛਾ ਜੀ। ਦੇਵ ਸਰੀਕੇ ਵਾਲੇ ਨੂੰ ਚਿੱਠੀ ਲਿਖਤੀ ਉਹਨੇ। ਅੱਛਾ ਜੀ। ਕਹਿੰਦਾ ਵੀ ਸਾਹਿਬਾ ਬਣੀ ਭਰਾਵਾਂ ਦੀ ਭਾਈਆਂ ਤੋਂ ਯਾਰ ਬਣਾਉਂਦਾ, ਜੇ ਨਾ ਬਣੀ ਹੋਈ ਹਾਂ ਵੀ ਸਾਡੇ ਕੋਲ ਇਤਿਹਾਸ ਹੈ। ਹੂੰ ਮੈਨੂੰ ਬੁਲਾਇਆ ਉਹਨੇ ਲੁਧਿਆਣੇ। ਅੱਛਾ ਜੀ। ਲੁਧਿਆਣੇ ਇੱਧਰਲੇ ਪਾਸੇ ਭਿਲਣੀ ਆਸ਼ਰਮ ਬਣਾਇਆ ਸੀ ਉਹਨੇ। ਅੱਛਾ ਜੀ। ਲੁਧਿਆਣੇ ਰਹਿਣ ਸੀ ਉਹ ਹੂੰ ਚੰਗਿਆੜਾ। ਅੱਛਾ ਜੀ। ਉੱਥੇ ਬੁਲਾਇਆ ਮੈਨੂੰ ਉਹਨੇ। ਹਾਂਜੀ ਉੱਥੇ ਕਿਹਾ ਨੂੰ ਚਿੱਠੀ ਲਿਖੀ ਸੀ ਉਹਨੇ। ਹੂੰ ਮੈਨੂੰ ਕਹਿੰਦਾ ਜੇ ਉੱਤਰ ਦੇਣਾ ਪੈ ਗਿਆ, ਮੈਂ ਉੱਤਰ ਦੇ ਦਾਂਗੇ ਆਪਾਂ। ਹੂੰ ਹਾਂਜੀ ਪੱਤਰੀਕੇ ਵਾਲੇ ਨੇ ਕਿਹਾ ਵੀ ਇਸ ਤਾਂ ਸੁਣੀ ਸੁਣਾਈ ਬਾਤ ਲਿਖਦੇ ਆ, ਹਾਂਜੀ। ਵੀ ਅਸੀਂ ਕਿਹੜਾ ਦੇਖਿਆ। ਹੂੰ ਉਹ ਕਹਿੰਦਾ ਇਤਿਹਾਸ ਤਾਂ ਪੜ੍ਹ ਕੇ ਦੇਖੋ ਨਾ, ਹੂੰ ਪਿੱਛੇ ਦੇ ਅਸਲੀਅਤ ਦੇਖੋ ਨਾ। ਹੂੰ ਜਿਹੜੀ ਅਸਲੀਅਤ ਗੱਲ ਕੁਝ ਹੋਰ ਹੈਗੀ ਹੂੰ ਉਹ ਅਸਲੀ ਆ। ਹਾਂਜੀ ਇਹ ਲੋਕ ਨਕਲ ਮਾਰ ਕੇ ਨਾ ਹੂੰ ਅੰਗ ਦਾ ਕੌਮ ਬਣਾ ਕੇ ਹੋਰ ਕੁਝ ਕਰ ਦਿੰਦੇ ਆ। ਜੀ ਜੀ ਜਿਹੜੇ ਕਿੱਸਿਆਂ ਦੇ ਵਿੱਚ ਅਸਲੀਅਤਾਂ ਹੈ ਸਾਰੀ, ਹੂੰ ਅਸਲ ਗੱਲਾਂ। ਜੀ ਜਿਹੜੇ ਬੰਦੇ ਜਾਣਦੇ ਹੋ ਉਹਨਾਂ ਨੂੰ ਇਹ ਪਤਾ ਹੈ, ਹੂੰ ਆਮ ਨੂੰ ਨਹੀਂ ਪਤਾ। ਹਾਂਜੀ ਤੁਸੀਂ ਇੱਥੇ ਐਤਵਾਰ ਨੂੰ ਤੁਹਾਨੂੰ ਛੁੱਟੀ ਹੁੰਦੀ ਹੈ। ਹਾਂਜੀ ਹਿਮਾਚਲ ਤੋਂ ਉੱਪਰ ਹਰੀਪੁਰ ਹੈ। ਅੱਛਾ ਜੀ। ਐਤਵਾਰ ਨੂੰ ਮੈਂ ਉੱਥੇ ਜਾਂਦਾ। ਅੱਛਾ ਤੁਸੀਂ ਉੱਥੇ ਗਾਉਂਦੇ ਹੋ? ਹਾਂ ਹਾਂ ਹਾਂ, ਅੱਛਾ ਜੀ। ਉੱਥੇ ਬਾਬਿਆਂ ਤੇ ਜਾਂਦੇ ਹੁੰਦੇ ਆ। ਅੱਛਾ ਜੀ। ਸੰਗਤ ਕੋਈ 10-20 ਰੁਪਏ ਸਾਨੂੰ ਉੱਧਰ ਆਉਣ ਜਾਣ ਵਾਲੇ ਦੇ ਦਿੰਦੇ ਆ। ਅੱਛਾ ਜੀ। ਪਰ ਸਾਡੀ ਤਾਂ ਜਾਣੀ ਕਿ ਉਹ ਗੁਰਦੁਆਰੇ ਦੇ ਜਿਹੜਾ ਬਾਬਾ ਜੀ ਸੀ ਨਾ, ਹਾਂਜੀ ਬਾਬਾ ਜੀ ਤਾਂ ਚਲੋ ਹੁਣ ਨਹੀਂ ਹੈ, ਹਾਂਜੀ ਚਲੇ ਗਏ ਉਹ, ਹਾਂਜੀ ਸੁਰਗਵਾਸ ਹੋ ਗਏ ਉਹ। ਹਾਂਜੀ ਉਹਨਾਂ ਦੀ ਡਿਊਟੀ ਲਾਈ ਵੀ ਸਾਡੀ। ਅੱਛਾ ਜੀ। ਅਸੀਂ ਉੱਥੇ ਜਾ ਕੇ ਆਪਣੇ ਇਤਿਹਾਸ ਬੋਲਦੇ ਹਾਂ। ਠੀਕ ਹੈ। ਫਿਰ ਸਾਡਾ ਉੱਥੇ ਜਾਣ ਵਿੱਚ ਗਾਉਣ ਵਿੱਚ ਇੱਕ ਹੋਰ ਬੜਾ ਫਰਕ ਹੈ। ਹਾਂਜੀ ਸਾਡੀ ਰੈਸਲ ਹੋ ਰਹੀ ਹੈ। ਜੀ ਬਿਲਕੁਲ। ਅਸੀਂ ਨਹੀਂ ਕਿਸੇ ਭੁੱਲ ਸਕਦੇ ਸੀ, ਬਿਲਕੁਲ ਜੀ। ਕਿਉਂਕਿ ਐਦਾਂ ਨਾ ਅਨਪੜ੍ਹ ਬੰਦੇ ਆ। ਸਾਡੇ ਕੋਲ ਲਿਖਿਆ ਪੜ੍ਹਿਆ ਤਾਂ ਹੈ ਹਾਂਜੀ ਨਹੀਂ। ਅਨਪੜ੍ਹ ਹਰ ਅੱਠਵੇਂ ਜਾਣਾ। ਅੱਛਾ ਜੀ। ਅਸੀਂ ਕਦੇ ਉਹ ਕਿੱਸਾ, ਕਦੇ ਉਹ ਕਿੱਸਾ, ਕਦੇ ਦੂਜਾ, ਕਦੇ ਤੀਜਾ, ਇਸ ਤਰ੍ਹਾਂ ਕਿਸੇ ਬਦਲ ਕੇ ਗਾਣੇ ਆ। ਅੱਛਾ ਜੀ। ਸੁਣਨੇ ਵਾਲੇ ਬੰਦੇ ਨੇ ਸਾਡੇ ਕੋਲ ਬੈਠਣਾ। ਤੇ ਕਿੰਨੇ ਵਜੇ ਪ੍ਰੋਗਰਾਮ ਹੁੰਦਾ ਆਪਣਾ ਉੱਥੇ? ਉੱਥੇ ਅਸੀਂ ਸਵੇਰ ਤੇ ਸ਼ੁਰੂ ਹੋ ਜਾਂਦੇ ਸਵੇਰ ਤੋਂ ਸ਼ੁਰੂ ਹੁੰਦਾ ਉੱਥੇ? 4 ਵਜੇ ਤੱਕ। ਤੇ ਇਹ ਕਿੱਥੇ ਕਿਹਨੂੰ ਹੈ ਪਿੰਡ ਜਿਹੜਾ ਤੁਸੀਂ? ਆ ਹਰੀਪੁਰ ਉੱਪਰ ਬਾਬਿਆਂ ਦੇ ਹਿਮਾਚਲ ਪੈਂਦੀ ਹੈ। ਹਿਮਾਚਲ ਦੇ ਪੈਂਦਾ ਵਾ? ਹਾਂ। ਇਹ ਜਦੋਂ ਆਪਾਂ ਬੱਦੀ ਦੇ ਉੱਤਰ ਨੂੰ ਜਾਂਦੇ ਆ? ਵੱਡੀ ਤੋਂ ਬਸ ਹਰੀਪੁਰ ਜਾਂਦੀ ਸਿੱਧੀ। ਅੱਛਾ ਜੀ। ਹਰੀਪੁਰ ਜਾਂਦੇ ਆ। ਹਾਂ। ਤੇ ਉੱਥੇ ਕਿਹੜਾ ਦੀ ਜਗ੍ਹਾ? ਅਹ
ਗੁਰੂ ਨਾਨਕ ਦੇ ਲੜਕੇ ਸੀਗੇ ਨਾ ਜਿਹੜੇ ਸ੍ਰੀ ਚੰਦ ਹਾਂਜੀ। ਹਾਂ ਸ਼੍ਰੀ ਚੰਦ ਦੀ ਬਾਬਾ ਸ੍ਰੀ ਜੀ ਚੰਦ ਉਹਨਾਂ ਦਾ ਪੰਥ ਉਹਨਾਂ ਦਾ ਹੈ। ਪੰਥ ਹੈ, ਅੱਛਾ। ਉਹਨਾਂ ਦੇ ਡੇਰੇ ਆ ਬਣਾਏ ਐਤਵਾਰ ਨੂੰ, ਹਰ ਐਤਵਾਰ ਨੂੰ ਲੱਗਦਾ ਹਰ ਐਤਵਾਰ ਨੂੰ। ਠੀਕ ਹੈ ਜੀ। ਹਾਂ ਠੀਕ ਠੀਕ। ਸਾਡੀ ਉੱਥੇ ਕਰਕੇ ਉਹਨਾਂ ਬਾਬੇ ਨੇ ਜਾਣੇ ਕਰਕੇ ਸਾਡੀ ਥੋੜ੍ਹੀ ਰਹਿਸਲ ਰਹਿਸਲ ਹੁੰਦੀ ਹੈ। ਕਾਰਨ ਜਿਹੜੀ ਭੁੱਲੀ ਵੀ ਗੱਲ ਆ ਉਹਨੂੰ ਵੀ ਅਸੀਂ ਤੋੜ ਲੈਂਦੇ ਆ। ਠੀਕ ਹੈ ਫਿਰ ਜਿਹੜੇ ਬੰਦੇ ਸੁਣਨ ਵਾਲੇ ਸਰੋਤੇ ਆ ਉੱਥੇ ਆਉਂਦੇ ਆ, ਹਾਂਜੀ ਹਾਂਜੀ ਉਹ ਸਾਡੀ ਗੱਲ ਸੁਣਦੇ ਆ। ਜੀ। ਚਲੋ ਸਾਨੂੰ ਕਦੇ 2000 ਕਦੇ 1000 ਹਾਂਜੀ ਹਾਂਜੀ। ਕਦੇ 1500 ਕਦੇ 1200 ਕਦੇ 1000 ਹੀ ਰਹਿ ਜਾਂਦਾ। ਉਹ ਮਤਲਬ ਬਣ ਜਾਂਦਾ ਥੋੜ੍ਹਾ ਬਣ ਜਿਹਾ। ਜਾਂਦਾ ਸਾਨੂੰ, ਗੁਜ਼ਾਰਾ ਤੇ- ਸਾਡੀ ਦਿਹਾੜੀ ਬਣ ਜਾਂਦੀ ਹੈ। ਉੱਥੇ 3-4 ਬੰਦੇ ਹੋਰ ਵੀ ਗਾਉਂਦੇ ਆ, ਅੱਛਾ ਜੀ। ਉਹ ਤਾਂ ਹੀ ਬੈਠੇ ਮੰਗਤੇ ਮੰਗੋ, ਹਾਂਜੀ। ਇਤਿਹਾਸ ਵਾਲਾ ਕੋਈ ਨਹੀਂ ਹੈ। ਹਾਂਜੀ ਹਾਂਜੀ, ਮਤਲਬ ਉਹ ਐਵੇਂ ਆ ਕੇ ਗਾਉਣ, ਮਤਲਬ ਇੱਕ ਉਹ ਤਾਂ ਲੋਕ ਜਿਹੜੇ ਪੈਸੇ ਦਿੰਦੇ ਉਹਨਾਂ ਦੇ ਲਾਲਚ में ਉਹ ਟੂਬੀਆਂ ਲੈ ਕੇ ਬੈਠ ਜੀ, ਗਏ, ਜੀ। ਢੋਲਕੀਆਂ ਲੈ ਕੇ ਬਹਿ ਗਏ, ਛਾਣੀ ਲੈ ਕੇ ਬਹਿ ਗਏ। ਉਹ ਹਾਂਜੀ। ਜਿਹੜੀ ਅਸਲੀਅਤ ਨਹੀਂ ਹੈਗੀ। ਅਸਲੀ ਨਹੀਂ। ਸਾਡੇ ਕੋਲ ਤਾਂ ਕਿੱਸਾ ਸੁਣਨ ਵਾਲਾ ਬੰਦਾ ਹੋਊਗਾ। ਹਾਂਜੀ ਕਈ ਪੁੱਛਦੇ ਆ ਗੱਲ ਆ ਕੇ, ਹਾਂਜੀ। ਬਹੁਤ ਸਾਰੇ ਜੇ ਉਹਨਾਂ ਨੂੰ ਪੁੱਛਦੇ ਵੀ ਇਹ ਗੱਲ ਕੀ ਹੈ, ਇਹ ਕਿਹੜਾ ਦੇਗਾ, ਇਹ ਕੌਣ ਬਾਬੇ ਹੈ, ਹਾਂਜੀ। ਗੱਲ ਕੀ ਹੈ, ਹੂੰ ਉਹਨਾਂ ਨੇ ਸਾਡੇ ਕਿੰਨੀ ਹੱਥ ਕਰ ਦੇਣਾ ਵੀ ਉਹਨਾਂ ਨੂੰ ਪੁੱਛੋ। ਅੱਛਾ। ਉਹਨਾਂ ਨੂੰ ਤਾਂ ਉਹਨੂੰ ਪਤਾ ਨਹੀਂ ਹੈ। ਹੂੰ। ਇਤਿਹਾਸ ਨਹੀਂ ਪਤਾ ਉਹਨਾਂ ਨੂੰ। ਹਾਂ, ਇਤਿਹਾਸ ਨਹੀਂ ਪਤਾ ਗੱਲ ਕੀ ਹੈ। ਇਹ ਪੁਰਾਣੀਆਂ ਚੀਜ਼ਾਂ ਹਾਂਜੀ। ਇੰਨੀਆਂ ਦਿਮਾਗ ਤੇ ਵਿਸਰ ਸਕਦੀਆਂ ਸੀਗੀਆਂ ਸਾਡੀਆਂ, ਕਿ ਬਾਬਾ ਜੀ ਨੇ ਸਾਡੀ ਡਿਊਟੀ ਲਾਈ ਵੀ ਤੁਸੀਂ ਇੱਥੇ ਆ ਕੇ ਦਰਬਾਰ ਦੇ ਮੂਹਰੇ ਖੜਨਾ, ਅੱਛਾ ਜੀ। ਦਰਬਾਰ ਮੂਹਰੇ ਖੜ ਕੇ ਤੁਸੀਂ ਰੌਣਕ ਵਧਾਉਣੀ, ਅੱਛਾ ਇਹ ਕੰਮ ਤੁਸੀਂ ਕਰਨਾ। ਇਸ ਕਰਕੇ ਅਸੀਂ ਜਦੋਂ ਉਹਨਾਂ ਨੇ ਡਿਊਟੀ ਲਾਈ, ਅਸੀਂ ਜਦ ਹੀ ਇਹ ਕੰਮ ਕਰ ਰਹੇ ਹਾਂ। ਹਾਂਜੀ ਫਿਰ ਇਹਦੇ ਵਿੱਚ ਸਾਡਾ ਬਹੁਤ ਭਲਾ। ਹਾਂਜੀ ਹੁਣ ਮੈਂ ਸਿੱਖਣੇ ਵਾਲੇ ਬੰਦੇ ਦੀ ਬਹੁਤ ਕੋਲ ਕਰੀ, ਕੋਈ ਨਵਾਂ ਮੁੰਡਾ ਮਿਲ ਜਾਂਦਾ ਵਧੀਆ ਹਾਂਜੀ। ਬਾਜ ਵਾਲਾ, ਹਾਂਜੀ। ਕਿਉਂਕਿ ਸਿੱਖ ਜਾਂਦਾ। ਅੱਜ ਸਮੇਂ ਵਿੱਚ ਇਹਨਾਂ ਚੀਜ਼ਾਂ ਦੀ ਬਹੁਤ ਬਹੁਤ ਲੋੜ ਆ, ਬਿਲਕੁਲ ਬਿਲਕੁਲ ਲੋੜ ਹੈ ਅੱਜ। ਬਿਲਕੁਲ ਜੇ ਕੋਈ ਚੰਗਾ ਕਲਾਕਾਰ ਗਾ ਕੇ ਸੁਣਾ ਦੇਵੇ, ਹਾਂਜੀ। ਅਗਲਾ ਕਹੂਗਾ ਉਹ ਬੰਦਾ ਉਹ ਸੁਣ, ਬਿਲਕੁਲ ਉਹੀ ਸੁਣ। ਸਹੀ ਗੱਲ ਹੈ। ਹੁਣ ਅਸੀਂ ਬਾਹਰ ਮੇਲਿਆਂ ਤੇ ਜਾਂਦੇ ਹਾਂ, ਹਾਂਜੀ ਵੱਡੇ ਮੇਲੇ, ਗੋਪਾਲ ਮੂਰਤ ਨੂੰ ਮੇਲਾ ਲੱਗਦਾ, ਅੱਛਾ ਜੀ। ਭੇਵੇ ਤੇ ਮੇਲਾ ਲੱਗਦਾ, ਬਹੁਤ ਦੂਰ ਵਿੱਚ ਨੂੰ ਦੁਨੀਆ ਬੈਠੀ। ਆਤਮ ਬਾਦਸ਼ਾਹ ਦੇ ਕੋਲੋਂ ਬੰਦੀ ਬਾਣ ਦੁਲੇ ਭੱਟੀ ਰਜਪੂਤ ਦੀ ਇੱਕ ਰਾਤ ਵਾਸਤੇ ਲੈ ਕੇ ਸਿਪੜੀ ਆਪਦੇ ਘਰ ਨੂੰ ਜਾਂਦਾ। ਜੋੜੀਏ ਲੋਨਾ ਕਿਵੇਂ ਭਾਈ
ਪਰ ਇਹ ਮੇਰਾ ਭਰਾ ਹੈ। ਇੱਕ ਰਾਤ ਵਾਸਤੇ ਇਹਦੀ ਬੰਦ ਮੈਨੂੰ ਦੇ ਦਿਓ। ਅੱਛਾ ਅਕਬਰ ਬਾਦਸ਼ਾਹ ਉਹ ਕਹਿਣ ਲੱਗਿਆ ਸਿਪਲੀਆ ਲਾਇ ਨਾ ਜਾ, ਪਰ ਮਗਰ ਬਚ ਕੇ ਰਹੀ ਇਹ ਖੋਟੀ ਨਸਲ ਹੈ। ਕਿਉਂ ਜੈ ਗੁਰੂ ਮਹਾਰਾਜ ਧੰਨ ਬਾਬਾ ਜੋਹਾਰ ਕਿਉਂ ਇਹ ਸੱਪ ਨੇ ਸੱਪ ਚੂੜੀ ਵਿੱਚ ਦੁੱਧ ਪੀ ਕੇ ਨਾ ਉਸੇ ਦੇ ਡੰਗ ਮਾਰਦਾ। ਠੀਕ ਇਸ ਵੇਲੇ ਆ ਗੱਲ ਕਹੀ ਕਹਿਣ ਲੱਗਾ ਨਹੀਂ ਮਹਾਰਾਜ ਇਹ ਮੇਰਾ ਭਰਾ ਹੈ। ਕਹਿੰਦਾ ਚੰਗਾ ਲੈ ਜਾ, ਪਰ ਐ ਕੰਮ ਕਰੀ ਕੱਲ ਨੂੰ 12 ਵਜੇ ਇਸ ਕਚਹਿਰੀ ਵਿੱਚ ਪੇਸ਼ ਕਰਦੀ ਦੁੱਲੇ ਪੱਟੀ ਨੂੰ ਸਪੂਤ ਨੂੰ ਸਿਪਲੀ ਲੈ ਕੇ ਆਪਣੇ ਘਰ ਨੂੰ ਚੱਲਿਆ। ਉਹਨੇ ਸ਼ਾਮ ਕਰਕੇ ਰੱਖਿਆ ਭਲਾ ਕਿਹਨੇ ਦੱਸ नहीं मैं आप ही बोल रहा चलो भाई चलो ਇਸ ਮੌਕੇ ਪੱਟੀ ਬੂਟ ਨੂੰ ਲਾ ਕੇ ਸਿਪਲੀ ਚੱਲਿਆ। ਘਰ ਆ ਗਿਆ ਕਹਿਣ ਲੱਗਿਆ ਉਹ ਟੁੱਲਿਆ ਗੱਲ ਸੁਣ ਲੈ ਭਾਈ, ਤੂੰ ਮੇਰਾ ਭਰਾ ਹੈ ਆਪਣਾ ਜੱਟ ਗੋਤ ਇੱਕ ਨੇ। ਸਿਪਲੀ ਲਾ ਕੇ ਟੁੱਲੇ ਨੂੰ ਤੁਰ ਪਿਆ। ਐਂ ਘਰ ਆ ਗਿਆ ਉੱਤੋਂ ਪੈ ਗਈ ਰਾਤ। ਬਾਹਰੋਂ ਮੰਜਾ ਚੱਕ ਕੇ ਡਾਇਆ ਵਿੱਚ ਸੁਭਾਤ ਦੁੱਲਾ ਉੱਤੇ ਪਲੰਗ ਤੇ ਬਹਿ ਗਿਆ। ਸਿਪਲੀ ਬਹਿ ਗਿਆ ਪਾਸ। ਉਹ ਦੁੱਲਿਆ ਤੂੰ ਭੱਟੀ ਰਾਜਪੂਤ ਹੈ, ਮੇਰੀ ਵੀ ਇਹੀ ਜਾਤ, ਪਰ ਮੈਂ ਚੌਰੀ ਕਰਦਾ ਬਾਦਸ਼ਾਹ ਦੀ। ਜਾਂ ਬਾਦਸ਼ਾਹ ਅਕਬਰ ਬਾਦਸ਼ਾਹ ਸੁੱਤਾ ਪਿਆ ਹੁੰਦਾ ਨਾ ਸਾਰੀ ਰਾਤ ਐ ਪੱਖਾ ਝਲਦਾ ਹੂੰ ਐ ਚੌਰੀ ਕਰਦਾ ਬਾਦਸ਼ਾਹ ਦੀ। ਬਹਿ ਕੇ ਸਾਰੀ ਰਾਤ ਸਿਰ ਵੱਟੂਗਾ ਨਾਲ ਤਲਵਾਰ ਦੇ ਸੁੱਤੇ ਪਏ ਦਾ ਮੈਂ ਸਿਰ ਵੱਢ ਦੂੰ। ਅਕਬਰ ਦਾ ਸਿਰ ਵੱਟੂਗਾ ਨਾਲ ਤਲਵਾਰ ਦੇ ਪੂਰੇ ਕਰ ਦੂੰ ਸਾਸ। ਉਹ ਦੁਨੀਆ ਬਾਦਸ਼ਾਹ ਤੂੰ ਬਣ ਗਈ। ਆਹੋ ਤਖਤ ਲਾਹੌਰ ਦਾ ਸਾਂਭੀ, ਮੈਂ ਤੇਰੇ ਕੋਲ ਵਜ਼ੀਰ ਰਹਿ ਜੂੰਗਾ, ਮੈਂ ਰਹਿ ਜੂੰਗਾ ਤੇਰੇ ਪਾਸ। ਪਰ ਇੱਕ ਕੰਮ ਕਰ, ਕਿਹੜਾ ਮੇਰਾ ਲੜਕਾ 18 ਸਾਲ ਦਾ ਆਪਣੀ ਧੀ ਦਾ ਦੇ ਦੇ ਸਾਕ। ਆਖੀ ਗੱਲ ਸਾਕ ਮੰਗਦਾ ਲੜਕਾ 18 ਸਾਲ ਦਾ ਦੇ ਦੇ ਧੀ ਦਾ ਸਾਕ। ਦੁੱਲਾ ਫਸਿਆ ਹੋਇਆ, ਹੱਥਕੜੀਆਂ ਪਾਈਆਂ, ਬੇੜੀਆਂ ਪਾਈਆਂ, ਕੋਟਰ ਚ ਬੂਟਾ ਝੋਟੇ ਮੰਗ ਨੂੜਿਆ, ਬੇਬਸਾ ਹੋਇਆ। ਸਿਪਲੀ ਨੇ ਸੋਚਿਆ ਲੈ ਹੁਣ ਫਸਿਆ ਵਾ ਬਾਣੀਆਂ ਪੂਰਾ ਤੋਂ ਧੀ ਦਾ ਸਾਕ ਦੇ ਦੇ ਮੇਰੇ ਮੁੰਡੇ ਨੂੰ, ਅਕਬਰ ਦਾ ਸਿਰ ਮੈਂ ਬੱਟੂ। ਦੁੱਲਾ ਸੁਣ ਕੇ ਸੋਚਣ ਲੱਗਿਆ ਉਹ ਰੱਬਾ ਜੇ ਵਕਤ ਪਿਆ ਇਹ ਹੱਥ ਕਰੀਆਂ ਬੇੜੀਆਂ ਪਾਈਆਂ ਅਕਬਰ ਨੇ ਬੰਨਿਆ ਤਾਂ ਇਹ ਹਵਾਰ ਅੱਜ ਧੀ ਦਾ ਸਾਕ ਮੰਗਦਾ। ਦੁੱਲਾ ਚੁੱਪ ਜਾ ਹੋ ਗਿਆ। ਸਿਪਲੇ ਨੂੰ ਸ਼ੱਕ ਪੈ ਗਿਆ ਲੈ ਵੀ ਬਣ ਗਿਆ ਕੰਮ। ਅੱਛਾ ਹਾਂ ਤਾਂ
ਨਿੱਕੀ ਜੀ ਹੁੰਦੀ ਛੋਟੀ ਜੀ ਬੱਚੀ ਮੈਂ ਪਾਲੀ ਹੈ। ਹਾਂ ਠੀਕ ਹੈ, ਪਾਲ ਕੇ ਜਵਾਨ ਕੀਤੀ ਮੇਰੀ ਧੀ ਆ। ਪਰ ਮੈਨੂੰ ਪਤਾ, ਪਰ ਤੇਰਾ ਜਿਹੜਾ ਲੜਕਾ ਮੈਂ ਤਾਂ ਨਹੀਂ ਦੇਖਿਆ, ਮੈਂ ਨਹੀਂ ਦੇਖਿਆ। ਮੈਨੂੰ ਕੀ ਪਤਾ ਤੇਰਾ ਕੈਸਾ ਪੁੱਤਰ ਹੈ। ਜਾਂ ਐਂ ਕੰਮ ਕਰ, ਆਪਣਾ ਪੁੱਤ ਲਿਆ ਕੇ ਦਿਖਾ ਦੇ। ਜੇ ਕੁੜੀ ਦਾ ਮੁੰਡੇ ਦਾ ਮੇਲ ਹੋਇਆ, ਖਾਣ ਪ੍ਰਵਾਨ ਹੋਇਆ, ਫੇਰ ਕਹਿੰਦਾ ਮੈਂ ਮੂੰਹ ਨੂੰ ਛੁਆਰਾ ਲਾ ਦੇਣਾ ਨਾ, ਸ਼ਕਲ ਹੁਣੀ ਪਾ ਦੇਣਾ। ਕਹਿਣ ਲੱਗਿਆ ਲੈ ਬਾਈ ਬਣ ਗਿਆ ਕੰਮ। ਹਾਂ ਪਤਾ ਮੰਨ ਗਿਆ ਤੂੰ ਤਾਂ। ਮੁੰਡੇ ਨੂੰ ਲਿਆ ਕੇ ਐ ਸਾਹਮਣੇ ਦਿਖਾ ਜਿਸ ਵਕਤ ਲੜਕੇ ਨੂੰ ਲੈ ਕੇ ਇੱਕ ਦੁੱਲੇ ਪੱਟੀ ਦੇ ਸਾਹਮਣੇ ਪੇਸ਼ ਕਰਦਾ। ਮੇਰੇ ਪੁੱਤ ਨੂੰ ਸ਼ਕਲ ਪੈਣ ਲੱਗਿਆ ਭਾਈ। ਬੱਕਰੀ ਦਾ ਪੈਂਦਾ ਚਾਹ ਵੀ ਚੰਮ ਕੇ ਗੋਲੀ ਦੇ ਜਵਾਕ ਤੁਸੀਂ ਨਾ ਥੱਲੇ ਨੂੰ ਜੰਮ ਕੇ ਲੰਕਾ ਤੇ ਲੱਭ ਕੇ ਜਾਣ ਖਾਤੇ ਨਹੀਂ ਹੈ। ਇੰਡੀਆ ਮਕਾਨ ਵਿੱਚ ਬੈਲ ਪਾਉਂਦੀ ਚਾਹ ਦਾ ਪਤੀਲਾ ਦੇਖ ਕੇ ਜੋਰ ਪੁੱਛਣੇ ਤੇ ਰੌਣੀ ਪਤੀਲ ਡੰਡੀ ਮਾਰਨ ਲੱਗੀਆਂ ਜੋਰ ਜੋਰ ਤੇ ਮਾਰ ਦਿਆ। ਅਰੇ ਮੈਂ ਪਸਣੀ ਪਾਣਾ ਦੇਖਦਾ ਸੀ ਪਤੀਲਾ ਧਰਿਆ ਚਾਹ ਦਾ ਜਿਹਦਾ ਧਰਿਆ ਵਾ ਹੋਟਲ ਤੇ ਹੱਥਾਂ ਸਿੱਧਾ ਨਹੀਂ ਸਾਡਾ ਨਹੀਂ ਹੱਡੀ ਜਾਂਦੀ ਬਿੰਗਾ ਮਾਰ ਦਿਆ। ਚੰਗਾ ਹੁੰਦਾ ਸੀ ਪਰ ਜਾਣਾ ਇੱਕ ਦਾ ਵਧੀਆ ਵੀ ਕਰਦੇ ਆ ਕੰਮ। ਜਿਹੜੀ ਹੁਣ ਚਾਹ ਪੱਤੀ ਜਾਂਦੀ ਨਾ ਕੰਨਾਂ ਨੂੰ ਪਹਿਲਾਂ ਡੋਡੇ ਆਇਆ ਕਰਦੇ ਸੀ। ਚਾਹ ਨਾ ਕਰਦੀ ਡੋਡਿਆਂ ਦੀ ਬਦਲੀ, ਡਾਲਦੇ ਘੀ ਨਾ ਕਰਦੀ ਨਾ ਗੋਡਿਆਂ ਦੀ ਬਦਲੀ। ਗੋਡੇ ਤਾਂ ਹੀ ਦੁਖਦੇ ਆ। ਡਾਲਦੇ ਘੀ ਨਾ ਕਰਦੀ ਗੋਡਿਆਂ ਦੀ ਬਦਲੀ। ਗੁਰੂ ਗੋਬਿੰਦ ਸਿੰਘ ਨੇ ਕਰਦੀ ਰੋਟੀਆਂ ਦੀ ਬਦਲੀ। ਪਿਆਰੀ ਸਾਧ ਸੰਗਤ ਦੇ ਸੁਣੇ ਐ ਮੁੰਡੇ ਨੂੰ ਲੈ ਕੇ ਆਇਆ ਤੁਲਾ ਰੱਬ ਕਹਿੰਦਾ ਲੁੱਟ ਕੇ ਮੁਲਕ ਪੰਜਾਬ ਦਾ ਉਹ ਰੱਬਾ ਮੈਂ ਤੇਰੇ ਨਾਮ ਪਰ ਕਰਤਾ ਦਾਨ।
ਦੀ ਜਾਨ ਇੱਕ ਕੁਦਰਤ ਪਾਕ ਜਨਾਬ ਤੋਂ ਜਦ ਪਿਆ ਆਵਾਜ਼ਾਂ ਕਾਨ ਉਹ ਦੁਨੀਆ ਜਿੱਦਣ ਪੁੱਤ ਮੁੰਡੇ ਦਾ ਸਾਜਾ ਲਿਖੀ ਸੀ ਤੇਰੇ ਹੱਥ ਵਿੱਚ ਜਾਨ ਮਾਰ ਦੇ ਮਾਰ ਸਿਪਲੀ ਦੇ ਪੁੱਤ ਨੂੰ ਗੇੜਾ ਨਾ ਦੇਵੀਂ ਖਾਨ ਸੇਵਕਾਂ ਦੀ ਹਾਜ਼ਰੀ ਚਰਨਾਂ ਵਿੱਚ ਮਨਜ਼ੂਰ ਕਰਿਓ ਲੇਖੇ ਮਾਰ ਸਿਪਲੀ ਦੇ ਪੁੱਤ ਨੂੰ ਗੇੜਾ ਨਾ ਦੇਵੀਂ ਖਾਨ ਲੜਕਾ ਕੋਲ ਦੁਲੇ ਦੇ ਆ ਕੇ ਜਾਂ ਲੱਗਿਆ ਕਰਨ ਸਲਾਮ ਦੁਲੇ ਨੇ ਸੰਗੀ ਤੇ ਫੜ ਲਿਆ ਕੱਢਣ ਲੱਗਿਆ ਜਾਨ ਫਟ ਮਾਰਦਾ ਮੁੱਕੀਆਂ ਆਰਨ ਪਈ ਪਟਾਨ ਲੜਕਾ ਚੀਰ ਕੇ ਵਿਚਾਰਦਾ ਸਿੱਟਿਆ ਜਿਵੇਂ ਲੱਕੜੀ ਨੂੰ ਤਰਖਾਨ ਦੋ ਬਣਾਤੇ ਗੱਬੇ ਤੇ ਪਾੜ ਕੇ ਨਾ ਸਿਪਲੀ ਦਾ ਪੁੱਤ ਇੱਕ ਮੁੰਡੇ ਦੇ ਦੋ ਬਣਾਤੇ ਠੀਕ ਹੈ ਨੂੰ ਸਵਾਰਾ ਲਾਤਾ ਸ਼ਗਨ ਪਾਤਾ ਨਾ ਸ਼ਗਨ ਪਹਿਲਾਂ ਕਿਸੇ ਨੇ ਐਸਾ ਪਾਇਆ ਹੋਊਗਾ ਨਾ ਅੱਗੇ ਪਾ ਸਕਦਾ ਨਾ ਕੋਈ ਕਹਾਂ ਨੂੰ ਪਾਊਗਾ ਕਹਿੰਦਾ ਬੰਨੇ ਵੇ ਰਾਜ ਧੀਆਂ ਨਹੀਂ ਲੈਣਗੇ ਭਾਵੇਂ ਨਿਕਲ ਜਾਵੇ ਜਾਨ ਕਹਿੰਦਾ ਸਿਪਲੀਆ ਕਹਿੰਦਾ ਹਾਂ ਭੱਜ ਗਿਆ ਕੀ ਹੋਇਆ ਕਹਿੰਦਾ ਸ਼ਗਨ ਪਾਤਾ ਜਾਂ ਸਿਪਲੀ ਆ ਕੇ ਦੇਖਦਾ ਗੱਬੇ ਤੇ ਪਾੜ ਕੇ ਇੱਕ ਲੜਕੇ ਦੇ ਦੋ ਬਣਾਏ ਪਏ ਹੁਣ ਕੀ ਕਰ ਸਕਦਾ ਪੇਸ ਨਹੀਂ ਜਾਂਦੀ ਗੁੱਸਾ ਆਉਂਦਾ ਨਾ ਮਾੜੇ ਪੰਨੂ ਆਉਂਦਾ ਗੁੱਸਾ ਨਹੀਂ ਆਉਂਦਾ ਮਾੜੇ ਪੰਨੂ ਛੱਡੀ ਭੱਜ ਜਾਂਦਾ ਮਾੜੇ ਪੰਨੂ ਜੇ ਕਹਾਂ ਪਤੰਦਰ ਨਾ ਦਿਖਦਾ ਹੋਵੇ ਫੇਰ ਨਹੀਂ ਗੁੱਸਾ ਆਉਂਦਾ ਹੁਣ ਸਿਪਲੀ ਨੂੰ ਗੁੱਸਾ ਕਾਹਤੇ ਨਹੀਂ ਆਉਂਦਾ ਜੇ ਦੁੱਲੇ ਨੂੰ ਮੈਂ ਕੁਝ ਕਹਿ ਦੇਣਾ ਮੇਰੇ ਵਾਲਾ ਵੀ ਆਹੀ ਹਾਲ ਕਰ ਦੇਣਾ ਆ ਜਿਹੜਾ ਇਹ ਮੁੰਡੇ ਦਾ ਕਰਤਾ ਉਹ ਸੋਲੇ ਧੰਨ ਬਾਬਾ ਜੋ ਹਾਰ ਸੁਣੀ ਗੁਰੂ ਮਹਾਰਾਜ ਖਜ਼ਾਨੇ ਪਾਏ ਰੱਖੇ ਕਹਿੰਦਾ ਜੇ ਮੈਂ ਕੁਛ ਕਹਿੰਦਾ ਇਹਨਾਂ ਮੇਰਾ ਵੀ ਆਹੀ ਹਾਲ ਕਰ ਦੇਣਾ ਉਸੇ ਸਮੇਂ ਦੁੱਲਾ ਪੁੱਤ ਖਰੀਦਦਾ ਐਂ ਬੈਠਾ ਪੱਟੀ ਨੂੰ ਗਾਰਦਾਂ ਲੈਣ ਆ ਗਿਆ ਆਪਣੇ ਬਾਦਸ਼ਾਹ ਨੇ ਕਿਹਾ ਕੱਲ ਦਾ ਗਿਆ ਹੋਇਆ ਸਿਪਲੀ ਦੇ ਘਰੇ ਜਾਓ ਦੁੱਲੇ ਨੂੰ ਲੈ ਕੇ ਆਓ ਇਹ ਤੱਕ ਨੂੰ ਬਾਦਸ਼ਾਹ ਮੁੜ ਕੇ ਜਵਾਬ ਕਰਨਾ ਭਲਾ ਉਹ ਕਿਹਨੇ ਕਰਦਾ ਕਹਿੰਦੇ ਬਾਦਸ਼ਾਹ ਇੱਕ ਤਰੀਕਾ ਹੈ ਇਹ ਕੋਟ ਨੂੰ ਨਹੀਂ ਢਾ ਸਕਦੇ ਤੁਸੀਂ ਕਹਿੰਦੇ ਬਾਦਸ਼ਾਹ ਥੱਲੇ ਨੂੰ ਹੇਠਾਂ ਨੂੰ ਸੁਣਕ ਪੱਟ ਲੈ ਸੁਣਗੇ ਹੇਠਾਂ ਨੂੰ ਜਾ ਕੇ ਕਿਵੇਂ ਬਾਦਸ਼ਾਹ ਸੁਣਕ ਪਟਾ ਕੇ ਬਾਦਸ਼ਾਹ ਧਾਤੀ ਸਿੱਕੀ ਕੀ ਜਾ ਕੇ ਚਲੇ ਪੈਂਦੀ ਗਈ ਬਹੀਰ ਅੱਜ ਮਾਰਨਾ ਲੱਦੀ ਦਾ ਸੂਰਮਾ ਇਹਨਾਂ ਝੋਟੇ ਮੰਗਾਂ ਇਹਨਾਂ ਚੁੰਗਿਆ ਲੱਦੀ ਦਾ ਸੀਰ ਅੱਜ ਮਾਰਨਾ ਜਾਓ ਪੇਸ਼ ਕਰੋ ਜਾਂ ਫੌਜਾਂ ਲੈਣ ਗਈਆਂ ਸਿਪਲੀ ਦੇ ਘਰੋਂ ਵੱਡੀ ਰਜਪੂਤ ਨੂੰ ਇੱਕ ਰਾਤ ਵਾਸਤੇ ਗਿਆ ਸੀ ਜਾਂ ਫੌਜਾਂ ਲੈਣ ਗਈਆਂ ਸਿਪਲੀ ਦਾ ਬੇੜਾ ਗਰਕ ਕੀਤਾ ਪਿਆ ਇੱਕ ਲੜਕੇ ਦੇ
ਸਿੱਟੇ ਪਏ ਅੱਗੇ ਦਾ ਸਿਆਪੇ ਹੁੰਦੇ ਕਹਿਰ ਦੇ ਭਾਈ ਇੱਥੇ ਕੀ ਹੋਇਆ ਅੱਛਾ ਉਹਦਾ ਸ਼ੁਕਰੀਆ ਬੜਾ ਕੰਮ ਖਰਾਬ ਹੋ ਗਿਆ ਸਿੱਕੜੀ ਚੱਕ ਕੇ ਮਰੇ ਹੋਏ ਬੱਚੇ ਨੂੰ ਆਇਆ ਵਿੱਚ ਘਰਾਂ ਹੋਰ ਸਿਆਪੇ ਕਹਿਦੇ ਪਿੰਡਾਂ ਵਿੱਚ ਘਰਾਂ ਮੁੰਡੇ ਦੀ ਮਾਤਾ ਦਾ ਹਾਲ ਉਹ ਰੱਬਾ ਹੁਣ ਮੈਂ ਕੀ ਕਰਾਂ ਦੋਸਤ ਕੀ ਦੇਵਾਂ ਦੁੱਲੇ ਨੂੰ ਪਹਿਲਾਂ ਪਤੀ ਨਾਲ ਗੱਲ ਕਰਾਂ ਨਾ ਤਾਂ ਜਨੇਰ ਦੀ ਰੰਗੜੀ ਆ ਵੀ ਪੂਛ ਕਰਾਂ ਤੂੰ ਸੁਣਦੀ ਆਪਣੇ ਬਾਪ ਦਾ ਹੋਰ ਮੈਂ ਤੈਨੂੰ ਕੀ ਕਹਾਂ ਤੈਂ ਸਾਗ ਦੁੱਲੇ ਤੇ ਮੰਗਿਆ ਮੈਂ ਖੋਟਾ ਖਰਿਆਂ ਵਿੱਚ ਰਲਦਾ ਠੀਕ ਕਿਨੇ ਦਾ ਕੀ ਕਸੂਰ ਹੈ ਤੇਰੀ ਖਾਨਦਾਨੀ ਗੰਦੀ ਸੀਗੀ ਤੂੰ ਆਪਣੇ ਬਾਪ ਦਾ ਪੁੱਤਰ ਨਹੀਂ ਸੀਗਾ ਆਪਣੇ ਬਾਦਸ਼ਾਹ ਨੂੰ ਖੋਣਾ ਚਾਲੋ ਦੁਨੀਆ ਕਿੱਥੇ ਸਕਿਆ ਲੈ ਕੇ ਤੁਰਿਆ ਮਾਈ ਨਿਆਮਤ ਮਹਿਲਾ ਹੇਠ ਨੂੰ ਖੜਕਦੀ ਦੀ ਰਾੜ ਦੇ ਬੇੜੀ ਜਾਂ ਮਾਈ ਨੇ ਦੁੱਲਾ ਦੇਖਿਆ ਐਂ ਕਰਕੇ ਉੱਚੀ ਨਿਗਾਹ ਤੇਰੀ ਸ਼ੇਖੂ ਬਾਜਾ ਮਾਰੀ ਬੱਚਾ ਕੰਮ ਉਹ ਦੁੱਲਾ ਜਾਂਦਾ ਬੰਨਿਆ ਜੀਨਾ ਪੱਗ ਬਟਾਲੀ ਤੇਰੀ ਤੂੰ ਸੀਰ ਲੱਗੀ ਆ ਚੁੱਕਿਆ ਮਾਂ ਦੁੱਲੇ ਦੀ ਜਿਹੜੀ ਉਤਵੇ ਬੰਨੇ ਹੋਏ ਨੂੰ ਛਡਾ ਦੇ ਰਾਠ ਨੂੰ ਦੌਲਤ ਕਰਦੇ ਢੇਰੀ ਖਜ਼ਾਨਾ ਪਾਉਣਾ ਸਾਰੀ ਲੱਗਿਆ ਜਾ ਛਡਾ ਦੇ ਬੋਲਿਆ ਸ਼ੇਖੂ ਬਾਦਸ਼ਾਹ ਕਹਿੰਦਾ ਦਾਦੀ ਫਿਕਰ ਨਾ ਕਰ ਚਿੰਤਾ ਨਾ ਕਰ ਅੱਜ ਦੁੱਲੇ ਨੂੰ ਕਚਹਿਰੀ ਤੋਂ ਬਰੀ ਕਰਾ ਦੂੰਗਾ ਅੱਛਾ ਹਾਂ ਜੇ ਅਕਬਰ ਨਾ ਮੰਨਿਆ ਇਹਨਾਂ ਢੂੰਘੇ ਮਾਰੂੰਗਾ ਗੱਲ ਸਿਰ ਵੱਢ ਕੇ ਰੱਖ ਲੂ ਅਕਬਰ ਦਾ ਢੂੰਘੇ ਮਾਰੂ ਬਾਪ ਦੇ ਸਿਰ ਵੱਢ ਕੇ ਉਹ ਤੋਂ ਬਾਅਦ ਆਪ ਵੀ ਹੀਰਾ ਚੱਟ ਕੇ ਮਾਰ ਦੂੰਗਾ ਸਾਡੇ ਰਾਜ ਦੀ ਬਖਸ਼ ਹੋ ਜੂਗੀ ਕਾਨੀ ਬਾਹੋ ਲੱਗੇ ਸ਼ੇਰਾ ਮੈਨੂੰ ਇਹੀ ਮੈਚ ਸੀਗੀ ਬਣਿਆ ਹੋਇਆ ਪੱਟੀ ਵਿੱਚ ਪੂਤ ਅਕਬਰ ਬਾਦਸ਼ਾਹ ਦੀ ਕਚਹਿਰੀ ਵਿੱਚ ਪੇਸ਼ ਕਰਦਾ ਹੱਥਕੜੀਆਂ ਪਾਈਆਂ ਬੇੜੀਆਂ ਪਾਈਆਂ ਝੋਟੇ ਮਾਰ ਕੇ ਪੂਰਾ ਪੁੱਤਰ ਦੀ ਪੂਤ ਦਾ ਜਦੋਂ ਕਚਹਿਰੀ ਵਿੱਚ ਪੇਸ਼ ਕੀਤਾ ਸਿਪਲੀ ਵੀ ਆ ਗਿਆ ਸਿਪਲੀ ਨੇ ਮਰਿਆ ਹੋਇਆ ਬੱਚਾ ਇੱਕ ਲੜਕੇ ਦੇ ਦੋ ਆਏ ਵੇ ਸੀਗੇ ਕੱਪੜਿਆਂ ਵਿੱਚ ਲਪੇਟ ਕੇ ਜਾਣ ਕੇ ਸਿਪਲੀ ਨੇ ਉਸ ਬੱਚੇ ਨੂੰ ਐ ਤੱਕ ਤੇ ਰੱਖਦਾ ਮਰਿਆ ਹੋਇਆ ਮਰਦਾ ਇੱਕ ਦੇ ਦੋ ਬਣਾਈ ਕੱਪੜਿਆਂ ਵਿੱਚ ਲਪੇਟ ਕੇ ਜਾਂ ਤੱਕ ਤੇ ਰੱਖਿਆ ਅਕਬਰ ਬਾਦਸ਼ਾਹ ਪੁੱਛਦਾ ਸਿਪਲੀ ਇਹ ਕੀ ਹੈ ਇਹ ਕੀ ਹੈ ਸਿਪਲੀ ਕਹਿੰਦਾ ਜੀ ਰਾਤ ਵਾਲੇ ਪੜਾਵੇ ਦੀ ਮਿਹਰਬਾਨੀ ਰਾਤ ਵਾਲੇ ਪੜਾਵੇ ਨਹੀਂ ਹਾਂ ਕਿਲੇ ਨਹੀਂ ਹਾਂ ਕਿਹਦਾ ਹੈ ਕੀ ਆ ਕਦੋਂ ਲਾਉਂਦੀ ਦੇਖੋ ਤਾਂ ਕੱਪੜਾ ਚੱਕਿਆ ਹਾਂ ਇੱਕ ਨਾਲ ਕਿਤੇ ਦੋ ਪੜਾਵੇ ਪਾ ਕੇ ਕੱਪੜੇ ਤੇ ਅਕਬਰ ਬਾਦਸ਼ਾਹ ਕਹਿਣ ਲੱਗਿਆ ਸਿਪਲੀਆ ਫਿਰ ਤਾਂ ਕੰਮ ਗਲਤ ਕਰ ਲਿਆ ਕਿਉਂ ਇੱਕ ਦੋ ਕੁ ਰਾਤ ਹੋਰ ਰੱਖਣਾ ਸਾਰੇ ਟੱਬਰ ਦਾ ਇੰਤਕਾਲ ਕਰ ਜਾਂਦਾ ਮਾਰ ਮਾਰ ਕੇ ਸਾਰੇ ਦਾ ਤੇਰਾ ਇੱਕ ਪੁੱਟੇ ਮਾਰਿਆ ਅੱਗੇ ਰਾਤ ਬੀਤੀ ਦੋ ਚਾਰ ਰਾਤਾਂ ਹੋਰ ਰੱਖਣਾ ਸਾਰਾ ਸਾਰੇ ਟੱਬਰ ਦਾ ਨਵੇੜਾ ਹੋ ਜਾਵੇ ਕਹਿੰਦਾ ਮਹਾਰਾਜ ਭੱਜ ਕੇ ਸ਼ੇਖੂ ਮੂਹਰੇ ਆ ਗਿਆ ਕਹਿੰਦਾ ਬਾਦਸ਼ਾਹ ਇਹਨੇ ਸਿਪਲੀ ਦਾ ਪੁੱਤ ਮਾਰਿਆ ਹਾਂ ਮਾਰਿਆ ਸਾਹਮਣੇ ਆ ਛੋਟੇ ਅੱਖਾਂ ਦੇ ਸਾਹਮਣੇ ਆ ਇੱਕ ਲੜਕੇ ਨੇ ਦੋ ਬਣਾਤੇ ਪਰ ਬਾਦਸ਼ਾਹ ਮਾਰਿਆ ਤਾਂ ਹੈ ਪਰ ਮਾਰਿਆ ਕਿਉਂ ਮਾਰਿਆ ਕਾ ਤੂੰ ਇਹਦੀ ਕੀ ਜਿੱਤ ਹੈ ਇਹਨਾਂ ਨਹੀਂ ਬੋਲਿਆ ਸ਼ੇਖੂ ਬਾਦਸ਼ਾਹ ਹੋ ਕੇ ਸੱਜੇ ਪੱਖੋਂ ਕਹਿੰਦਾ ਬਾਦਸ਼ਾਹ ਮੰਗੀਏ ਪੱਕਾਂ ਦਾੜੀਆਂ ਕੀ ਲੈਣਾ ਚੁੰਡੀਆਂ ਚੱਖਾਂ ਸਿਪਲੀ ਖਰਾ ਪਿਆਰਾ ਇਹਨੂੰ ਸੱਚੀ ਬਗਲ ਵਿੱਚ ਰੱਖੋ ਉਹ ਤੋਂ ਵਿਆਹ ਵੀ ਆਪਣਾ ਤੇਰੀ ਜਾਨ ਪਾਉਂਦਾ ਹੱਥੋਂ ਪਰ ਬਾਦਸ਼ਾਹ ਕਦੇ ਦਾਨੀ ਨਹੀਂ ਪਾਉਂਦਾ ਦਾਨ ਤੋਂ
ਸੱਚ ਭਾਈ ਸੂਰਮਾ ਨਹੀਂ ਪਾਉਂਦਾ ਸੱਥਾ ਗਿਆਨੀ ਨਹੀਂ ਪਾਉਂਦਾ ਗਿਆਨ ਤੇ ਨਾਕ ਨਹੀਂ ਪਾਉਂਦਾ ਅੱਖੋਂ ਅਕਬਰ ਬਾਦਸ਼ਾਹ ਕਹਿੰਦਾ ਸ਼ੇਖੂ ਇਹ ਜਿਹੜੀ ਤੂੰ ਬਾਤ ਪਾਈ ਹੈ ਮੈਂ ਸਮਝਿਆ ਨਹੀਂ ਅੱਛਾ ਸਮਝਿਆ ਨਹੀਂ ਇਹ ਜਿਹੜੀ ਤੂੰ ਬਾਤ ਪਾਈ ਨਾ ਮੈਂ ਇਹਦਾ ਅਰਥ ਨਹੀਂ ਸਮਝਿਆ ਇਹਦਾ ਸੁਣ ਲੈ ਫਿਰ ਗੱਲ ਸੁਣ ਲੈ ਇਹ ਸਿੰਪਲੀ ਤੇਰਾ ਨੌਕਰ ਹੈ ਹਾਂ ਡਿਊਟੀ ਵੀ ਬੜੀ ਖਤਰਨਾਕ ਹੈ ਸੁੱਤਾ ਪਿਆ ਬੰਦਾ ਤਾਂ ਮਰਿਆ ਦੇ ਬਰੋਬਰ ਹੀ ਹੁੰਦਾ ਤੈਂ ਰਾਤ ਨੂੰ ਸੌਂ ਜਾਣਾ ਬਾਦਸ਼ਾਹ ਸਿੰਪਲੀ ਤੇਰਾ ਪੱਖਾ ਚੱਲਦਾ ਆ ਪਰ ਤੇਰਾ ਸੁੱਤੇ ਪਏ ਦਾ ਇੰਤਜ਼ਾਰ ਚਾਹਦਾ ਸੀ ਨਾ ਕਿਉਂ ਸੁੱਤੇ ਪਏ ਦਾ ਸਿਰ ਵੱਜਣਾ ਸੀ ਇਹ ਦੁੱਲੇ ਨਾਲ ਗੱਲ ਕੀਤੀ ਸੀ ਇਹਨੇ ਇਹ ਦੁੱਲੇ ਨੂੰ ਕਹਿੰਦਾ ਵੀ ਆਪਣੀ ਧੀ ਦਾ ਸਾਕ ਮੇਰੇ ਮੁੰਡੇ ਨੂੰ ਮੇਰੇ ਪੁੱਤ ਨੂੰ ਰਿਸ਼ਤਾ ਦੇ ਆਪਣੀ ਕੁੜੀ ਦਾ ਵਿੱਚ ਉਹੀ ਤੋਂ ਤਾਂ ਇਹਨਾਂ ਨੇ ਕਰਵਾਇਆ ਫਿਰ ਤੂੰ ਬਾਗੀ ਬਾਦਸ਼ਾਹ ਮੈਂ ਤੇਰੇ ਕੋਲ ਵਜ਼ੀਰ ਹੈ ਤੂੰ ਕਹਿੰਦਾ ਬਾਦਸ਼ਾਹ ਚੰਗੀ ਗੱਲ ਆ ਤੇਰਾ ਨੌਕਰ ਤੇਰਾ ਨੂਰ ਪਾਣੀ ਖਾਂਦਾ ਤੇਰਾ ਹੀ ਹਰਾਮ ਕਰਦਾ ਤੇਰਾ ਹੀ ਸਿਰ ਵੱਢਣ ਦਾ ਆਪਣੇ ਪੁੱਤ ਵਿਆਹ ਖਾਤਰ ਦੁੱਲੇ ਨੂੰ ਆਇਆ ਗੁੱਸਾ ਦੁੱਲੇ ਨੇ ਇਹ ਸਿਰ ਦਾ ਪੁੱਤ ਮਾਰਤਾ ਕਹਿੰਦਾ ਵਾਹੋ ਦੁੱਲਿਆ ਵਾਹੋ ਪੱਟਿਆ ਵਾਕਈ ਸੂਰਮਾ ਮੇਰਾ ਹੁਣੇ ਆਇਆ ਸਾਚਾ ਸੂਰਮਿਆ ਐ ਕੰਮ ਕਰ ਇੱਕ ਸੱਦ ਕੇ ਨਾ ਲੋਹਾਰਾਂ ਦਾ ਮੁੰਡਾ ਇਹਦੀਆਂ ਹੱਥਕੜੀਆਂ ਬੇੜੀਆਂ ਵੱਢ ਲੋ ਜਦ ਇਹ ਕਿਹਾ ਦੁੱਲਾ ਕਹਿੰਦਾ ਠਹਿਰ ਇੱਕ ਸੰਗਲ ਬੇੜੀਆਂ ਤੋੜਦਾ ਪੁੱਤ ਖਰੀਦਦਾ ਭਲਾ ਬਈ ਇਹ ਕਿਵੇਂ ਤੋੜਦਾ ਬਈ ਚਾਹ ਪੀ ਰਹੇ ਸੀ ਘੰਟੇ ਪਰ ਫਿਰ ਆਇਆ ਅੱਛਾ ਥੰਮੀ ਲਾ ਥੰਮੀ ਜਿਵੇਂ ਜਿੱਤੀ ਚੱਲਦੀ ਨਾ ਥੰਮੀ ਲਾ